ਪੰਜਾਬ ਮੇਲ USA ਚੈਨਲ ਵਿੱਚ ਆਪ ਸਭ ਦਾ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਗੁਰਜਤਿੰਦਰ ਸਿੰਘ ਰੰਧਾਵਾ। ਦੋਸਤੋ, ਅਸੀਂ ਅਮਰੀਕਾ ਵਿੱਚ ਰਹਿੰਦੇ ਆ। ਇੱਥੇ ਸਮੇਂ-ਸਮੇਂ ਤੇ ਤੁਹਾਨੂੰ ਵੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਪੈਂਦੀਆਂ ਰਹਿੰਦੀਆਂ। ਕੋਈ ਨਾ ਕੋਈ ਨਵੇਂ ਕਾਨੂੰਨ ਬਣਦੇ ਆ, ਨਵੇਂ ਕੋਈ ਗੱਲਬਾਤ ਇਹੋ ਜਿਹੀ ਹੋ ਜਾਂਦੀ ਆ, ਸਾਡੇ ਰਿਸ਼ਤੇਦਾਰ ਨਵੇਂ ਆਉਂਦੇ ਆ, ਸਾਡੇ ਕੋਈ ਯਾਰ ਮਿੱਤਰ ਨਵਾਂ ਹੁੰਦਾ, ਜਿਸ ਤੋਂ ਸਾਨੂੰ ਕੋਈ ਨਾ ਕੋਈ ਲੋੜ ਪੈਂਦੀ ਆ ਅਟਾਰਨੀ ਦੀ। ਤੇ ਅਸੀਂ ਇੱਕ ਨਵਾਂ ਸੀਰੀਅਲ ਸ਼ੁਰੂ ਕੀਤਾ ਪੰਜਾਬ ਮੇਲ USA ਤੇ ਕਿ ਕਿਸੇ ਵੀ ਸਿਆਣੇ ਤੇ ਬਹੁਤ ਜਿਹੜੇ ਮੰਝੇ ਹੋਏ, ਜਿਹੜੇ ਜਿਹਨੂੰ ਕਹਿ ਸਕਦੇ ਆ ਵਕੀਲ, ਉਹਨਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ। ਜਿਹੜੇ ਸਵਾਲ ਤੁਹਾਡੇ ਦਿਲਾਂ ਵਿੱਚ ਆ, ਉਹ ਸਵਾਲ ਅਸੀਂ ਉਹਨਾਂ ਵਕੀਲਾਂ ਤੋਂ ਪੁੱਛੀਏ ਜਿਹੜੇ ਤੁਹਾਡੀ ਜਿਹੜੀ ਇਹ ਗੱਲਬਾਤ ਆ ਉਹ ਪੂਰੀ ਕਰ ਸਕਦੇ ਆ। ਅਸੀਂ ਅੱਜ ਖਾਸ ਤੌਰ ਤੇ ਆਪਣੇ ਸਟੂਡੀਓ ਵਿੱਚ ਸਰਦਾਰ ਜਸਪ੍ਰੀਤ ਸਿੰਘ, ਜਿਹੜੇ ਪਿਛਲੇ 23-24 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਇੱਥੇ ਦੇ ਰਹੇ ਆ ਪੂਰੇ ਅਮਰੀਕਾ ਵਿੱਚ, ਚਾਹੇ ਉਹ ਨਿਊਯਾਰਕ ਆ, ਨਿਊ ਜਰਸੀ ਆ ਜਾਂ ਕੈਲੀਫੋਰਨੀਆ। ਬਹੁਤ ਸਾਰੇ ਇਹਨਾਂ ਦੇ ਦਫ਼ਤਰ ਆ, ਉਹਨਾਂ ਦੇ ਐਡਰੈਸ ਵੀ ਤੁਹਾਨੂੰ ਇਹ ਦੱਸਣਗੇ। ਸਭ ਤੋਂ ਪਹਿਲਾਂ ਸਾਡਾ ਜਿਹੜਾ ਫਰਜ਼ ਬਣਦਾ ਉਹ ਇਹ ਆ ਕਿ ਅਸੀਂ ਇਹਨਾਂ ਦਾ ਸਵਾਗਤ ਕਰੀਏ। ਸਰਦਾਰ ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਸੀਂ ਉਸ ਸਮੇਂ ਤੇ ਆਏ ਹੋ ਜਦੋਂ ਹਰ ਬੰਦੇ ਨੂੰ ਜਿਹੜੀ ਆ ਇਮੀਗ੍ਰੇਸ਼ਨ ਦੀ ਬਹੁਤ ਲੋੜ ਪੈਂਦੀ ਹੈ ਜੀ। ਹਾਂਜੀ ਰੰਧਾਵਾ ਸਾਹਿਬ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਜਿਵੇਂ ਹੁਣ ਪਿਛਲੇ ਹਫ਼ਤੇ ਅਸੀਂ ਖਬਰ ਵੀ ਲਾਈ ਸੀ ਪੰਜਾਬ ਮੇਲ USA ਵਿੱਚ ਕਿ ਜਿਹੜਾ ਸਟੂਡੈਂਟ ਵੀਜ਼ਾ ਉਹ ਪਹਿਲਾਂ ਤਾਂ ਕਾਫੀ ਰੌਲਾ ਰੱਪਾ ਪਿਆ ਸੀ ਉਹਦਾ, ਤੇ ਉਸ ਤੋਂ ਬਾਅਦ ਉਹ ਜਿਹੜਾ ਉਹਦਾ ਡਿਸੀਜਨ ਸੀ ਉਹ ਵਾਪਸ ਲੈ ਲਿਆ ਗਿਆ। ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਸਾਡੇ ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਜਿਹੜੇ ਆ ਉਹ ਇੰਡੀਆ ਤੋਂ ਵੀ ਆਉਂਦੇ ਆ, ਹੋਰਾਂ ਕੰਟਰੀਆਂ ਤੋਂ ਵੀ ਆਉਂਦੇ ਆ, ਤੇ ਉਸ ਬਾਰੇ ਕੀ ਹੈ ਜੀ ਉਹ ਸਾਰਾ ਕੁਝ ਚੱਲ ਰਿਹਾ? ਰੰਧਾਵਾ ਸਾਹਿਬ, ਇਹ ਇਸ ਤਰ੍ਹਾਂ ਹੈ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਇਹਦੀ ਇਹ ਨੀਤੀ ਰਹੀ ਹੈ ਸ਼ੁਰੂ ਤੋਂ ਹੀ ਕਿ ਇਮੀਗ੍ਰੇਸ਼ਨ ਨੂੰ ਘੱਟ ਕਰਨਾ ਜੀ। ਚਾਹੇ ਉਹ ਇਲੀਗਲ ਇਮੀਗ੍ਰੇਸ਼ਨ ਹੋਵੇ, ਅਨਡਾਕੂਮੈਂਟ ਬੰਦਿਆਂ ਦੀ, ਚਾਹੇ ਹੋਵੇ ਲੀਗਲ ਇਮੀਗ੍ਰੇਸ਼ਨ। ਹੁਣ ਪਹਿਲਾਂ ਇਹਨਾਂ ਨੇ ਜਦੋਂ ਟਰੰਪ ਸਾਹਿਬ ਇਲੈਕਸ਼ਨ ਲੜ ਰਹੇ ਸੀਗੇ ਤੇ ਉਹਨਾਂ ਦਾ ਪਲੇਟਫਾਰਮ ਹੀ ਇਹ ਸੀਗਾ ਕਿ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਉਹ ਇੱਥੇ ਬਹੁਤ ਜ਼ਿਆਦਾ ਉਹ ਘੱਟ ਹੋਣੀ ਚਾਹੀਦੀ ਆ। ਜਿਹੜੇ ਇਲੀਗਲ ਇੱਥੇ ਬੰਦੇ ਆਉਂਦੇ ਆ ਬਾਰਡਰ ਕ੍ਰਾਸ ਕਰਕੇ, ਸਦਰਨ ਬਾਰਡਰ, ਜਿਹੜੇ ਅਨਡਾਕੂਮੈਂਟਡ ਆ, ਵੀ ਉਹਨਾਂ ਬੰਦਿਆਂ ਨੂੰ ਇੱਥੇ ਰੋਕਿਆ ਜਾਵੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਉਹਦੇ ਤਹਿਤ ਇਹਨਾਂ ਨੇ ਕੀ ਕੀਤਾ ਵੀ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਇਮੀਗ੍ਰੇਸ਼ਨ ਦਾ ਇਹ ਬਣਾਇਆ ਕਿ ਕਿਸੇ ਤਰੀਕੇ ਨਾਲ ਬੌਂਡ ਨਾ ਹੋਣ ਉਹਨਾਂ ਦੇ। ਜਦੋਂ ਪਹਿਲਾਂ ਇਹ ਹੁੰਦਾ ਸੀ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਵੀ, ਜਦੋਂ ਕੋਈ ਬੰਦਾ ਇੱਥੇ ਆਉਂਦਾ ਸੀਗਾ ਉਹਦਾ ਇਮੀਗ੍ਰੇਸ਼ਨ ਦੇ ਵਿੱਚ ਪਹਿਲਾਂ ਬੌਂਡ ਹੁੰਦਾ, ਉਹ ਮਤਲਬ ਇਮੀਗ੍ਰੇਸ਼ਨ ਜੱਜ ਦੇ ਕੋਲ, ਉਸ ਤੋਂ ਬਾਅਦ ਉਹ ਬਾਹਰ ਆਏ ਕੇਸ ਲੜਦਾ ਸੀ। ਹੁਣ ਜਿਹੜੇ ਡਿਟੈਂਸ਼ਨ 'ਚ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਇੱਕ ਜਦੋਂ ਬੰਦਾ ਇੱਥੇ ਐਂਟਰ ਕਰਦਾ ਕੋਈ ਵੀ, ਉਹਦੀ ਇੱਕ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ। ਉਹ ਜਿਹੜੀ ਪਹਿਲਾਂ ਮੇਰਾ ਖਿਆਲ ਹੈ ਸਟੂਡੈਂਟ ਵੀਜ਼ੇ ਦੀ ਪਹਿਲਾਂ ਗੱਲ ਕਰ ਲਈਏ ਜੀ। ਹਾਂ, ਮੈਂ ਉਹ ਤੇ ਆਉਣਾ। ਓਕੇ। ਉਹ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਉਹਦੇ ਵਿੱਚ ਤਕਰੀਬਨ 80-90% ਬੰਦੇ ਅੱਗੇ ਪਾਸ ਹੋ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ ਸੀ, ਉੱਥੋਂ ਬੌਂਡ ਹੋ ਗਿਆ ਜਾਂ ਅੰਦਰ ਕੇਸ ਚੱਲਦਾ ਸੀ। ਪਹਿਲਾ ਸਟੈਪ ਇਹ ਕੀਤਾ ਗਿਆ ਇਹਨਾਂ ਦੁਆਰਾ ਵੀ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਵੀ ਉਹ ਕਿਸੇ ਦੀ ਜਿਹੜੀ ਆ ਉਹ ਫੇਲ ਕਰ ਦਿਓ। ਜਦੋਂ ਉਹ ਫੇਲ ਕਰਤੀ ਤਾਂ ਉਸ ਤੋਂ ਬਾਅਦ ਉਹਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਨਹੀਂ ਜਾਂਦਾ, ਤੇ ਮਤਲਬ ਇੱਕ ਵਾਰੀ ਜਾਂਦਾ ਰਿਵਿਊ ਲਈ, ਜੇ ਇਮੀਗ੍ਰੇਸ਼ਨ ਜੱਜ ਨੇ ਵੀ ਫੇਲ ਕਰਤਾ ਉਸ ਤੋਂ ਬਾਅਦ ਉੱਤੇ ਡੈਪੂਟੇਸ਼ਨ ਲੱਗ ਜਾਂਦੀ ਆ ਤੇ ਫਿਰ ਉਹ ਬੰਦਾ ਕੋਈ ਅਪੀਲ ਦਲੀਲ ਨਹੀਂ ਕਰ ਸਕਦਾ। ਇਸ ਚੀਜ਼ ਤੇ ਜਿਹੜੀ US ਸੁਪਰੀਮ ਕੋਰਟ ਆ ਉਹਨੇ ਵੀ ਮੋਹਰ ਲਾਈ। ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਕ੍ਰੈਡੀਬਲ ਫੀਅਰ 'ਚੋਂ ਫੇਲ ਹੋ ਜਾਂਦੇ ਆ ਉਹ ਬੰਦਿਆਂ ਦਾ ਕੋਈ ਰਾਈਟ ਨਹੀਂਗਾ ਅਸਾਈਲਮ ਦਾ ਕੇਸ ਲੜਨ ਦਾ, ਤੇ ਉਹਨਾਂ ਨੂੰ ਫਿਰ ਬਾਅਦ 'ਚ ਡਿਪੋਰਟ ਕਰ ਦਿੰਦੇ ਆ। ਇਹ ਤਾਂ ਹੋ ਗਿਆ ਜਿਹੜੇ ਬੰਦੇ ਬਾਰਡਰ ਕ੍ਰਾਸ ਕਰਕੇ ਜੇਲ੍ਹਾਂ 'ਚ ਆਉਂਦੇ ਆ। ਇਹ ਤੋਂ ਬਾਅਦ ਉੱਥੇ ਇਹਨਾਂ ਨੇ ਉਹਨਾਂ ਨੂੰ ਕੰਟੇਨ ਕੀਤਾ। ਇੱਕ ਇਹਨਾਂ ਨੇ ਆਪਾਂ ਬਾਅਦ ਚਾਹਾਂਗੇ ਇੱਕ ਥਰਡ ਕੰਟਰੀ ਰੂਲ ਬਣਾਇਆ ਵੀ ਜੇ ਕੋਈ ਬੰਦਾ ਮੈਕਸੀਕੋ ਤੋਂ ਲੰਘ ਕੇ ਆਉਂਦਾ ਜਾਂ ਕਿਸੇ ਹੋਰ ਕੰਟਰੀ ਤੋਂ ਆਉਂਦਾ ਉੱਥੇ ਪਹਿਲਾਂ ਅਸਾਈਲਮ ਲਾਵੇ ਉਹ। ਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਅਗਲਾ ਟਾਰਗੇਟ ਸੀ ਉਹ ਸੀਗਾ ਲੀਗਲ ਇਮੀਗ੍ਰੇਸ਼ਨ। ਉਹ ਇਹਨਾਂ ਨੇ ਜਦੋਂ ਕਰੋਨਾ ਵਾਇਰਸ ਸ਼ੁਰੂ ਹੋ ਗਿਆ ਤਾਂ ਉਹ ਇਹਨਾਂ ਨੂੰ ਉਹ ਜਿਹੜਾ ਮੌਕਾ ਮਿਲ ਗਿਆ, ਜਿਹੜਾ ਕਰੋਨਾ ਵਾਇਰਸ ਆ ਇਹਦੇ ਕਰਕੇ ਜੌਬਸ ਜਿਹੜੀਆਂ ਹੈਗੀਆਂ ਅਮਰੀਕਨਸ ਦੀਆਂ ਡਿਸਪਲੇਸ ਹੋਈਆਂ, ਬਹੁਤ ਜ਼ਿਆਦਾ ਲੋਕਾਂ ਨੂੰ ਅਨਐਮਪਲੋਇਮੈਂਟ ਹੋ ਗਈ। ਤੇ ਇਹਨਾਂ ਨੇ ਇਹ ਕਿਹਾ ਵੀ ਹੁਣ ਸਾਨੂੰ ਜਿਹੜੀਆਂ ਹੈਗੀਆਂ ਇੱਥੇ ਅਮਰੀਕਨ ਸਿਟੀਜ਼ਨਸ ਨੂੰ ਕਿਉਂਕਿ ਜੌਬਸ ਦੀ ਲੋੜ ਆ, ਇਹਦੇ ਕਰਕੇ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹਨੂੰ ਅਮਰੀਕਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕੀਤਾ ਜਾਵੇ। ਜੀ ਜੀ। ਉਹ ਲੀਗਲ ਇਮੀਗ੍ਰੇਸ਼ਨ ਦੇ ਅੰਡਰ ਇਹਨਾਂ ਨੇ ਅਪ੍ਰੈਲ ਦੇ ਵਿੱਚ 2 ਮਹੀਨੇ ਲਈ ਇਮੀਗ੍ਰੇਸ਼ਨ ਬੈਨ ਲਾਇਆ। ਉਹ ਜਦੋਂ ਬੈਨ ਲਾਇਆ ਇਮੀਗ੍ਰੇਸ਼ਨ ਦਾ ਤਾਂ ਉਹਦੇ ਵਿੱਚ ਸਾਰੀਆਂ ਕੈਟੇਗਰੀਆਂ ਨੇ US ਸਿਟੀਜ਼ਨ ਦੇ ਹਸਬੈਂਡ ਵਾਈਫ ਨੂੰ ਛੱਡ ਕੇ। ਜੀ ਜੀ। ਜਿਵੇਂ ਕਿ ਜਿਹੜਾ US ਸਿਟੀਜ਼ਨ ਆ ਉਹਦੇ ਜਿਹੜੇ ਮਾਂ-ਬਾਪ ਨੇ ਉਹਦਾ ਜੇ ਅਪਲਾਈ ਕਰਦਾ ਤਾਂ ਉਹ ਵੀ ਬੈਨ ਥੱਲੇ ਆਉਂਦੀ ਆ, ਆਪਣੇ ਭੈਣ ਭਰਾਵਾਂ ਦਾ ਕਰਦਾ ਉਹ ਵੀ ਬੈਨ ਥੱਲੇ ਆਉਂਦੀ ਹੈ। ਜਿਹੜੇ ਮੈਰਿਡ ਬੱਚੇ ਆ US ਸਿਟੀਜ਼ਨ ਦੇ ਓਵਰ 21 ਜਾਂ ਅਨਮੈਰਿਡ ਹੈਗੇ ਓਵਰ 21 ਉਹ ਵੀ ਇਹਦੇ ਅੰਡਰ ਆਉਂਦੇ ਆ। ਤੇ ਉਹਦੇ ਨਾਲ ਜਿਹੜੇ ਆਪਣੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਨੇ
ਜਿਵੇਂ ਗ੍ਰੀਨ ਕਾਰਡ ਹੋਲਡਰ ਆ ਉਹਦੇ ਜਿਹੜੇ ਮਤਲਬ ਬੱਚੇ ਆ ਉਹ ਅਪਲਾਈ ਕਰ ਸਕਦਾ 21 ਸਾਲ ਤੋਂ ਘੱਟ ਬੱਚਿਆਂ ਦਾ, ਜਾਂ ਜਿਹੜੇ ਈਵਨ ਅਨਮੈਰਿਡ ਬੱਚੇ 21 ਤੋਂ ਉੱਪਰ ਕਰ ਸਕਦਾ ਉਹਨਾਂ ਦਾ, ਉਹ ਵੀ ਸਾਰੇ ਜਿਹੜੇ ਆ ਉਹ ਇਹਦੇ ਅੰਡਰ ਮਤਲਬ ਆਉਂਦੇ ਆ। ਸਿਰਫ ਇੱਕ ਕੈਟਾਗਰੀ ਨਹੀਂ ਆਉਂਦੀ, ਉਹ ਹੈਗੀ US ਸਿਟੀਜ਼ਨਸ ਦੀ ਜਿਹੜੀ ਹੈਗੀ ਮੈਰਿਜ ਦੀ ਕੈਟਾਗਰੀ। ਜਦੋਂ ਸਿਟੀਜ਼ਨ ਕਿਸੇ ਨਾਲ ਵਿਆਹ ਕਰਦਾ ਜਾਂ ਫਿਆਂਸੇ ਵੀਜ਼ਾ ਅਪਲਾਈ ਕਰਦਾ ਉਹ ਅਲਾਊਡ ਆ, ਤੇ ਉਹਦੇ 21 ਸਾਲ ਤੋਂ ਘੱਟ ਬੱਚੇ। ਉਹਦਾ ਕਾਰਨ ਇਹ ਆ ਕਿ US ਸਿਟੀਜ਼ਨ ਦਾ ਕਨਸਟੀਟਿਊਸ਼ਨਲ ਰਾਈਟ ਆ ਮਤਲਬ ਵਿਆਹ ਕਰਨਾ, ਉਹਨੂੰ ਕੋਈ ਸਰਕਾਰ ਜਿਹੜੀ ਆ ਉੱਥੋਂ ਖੋਹ ਨਹੀਂ ਸਕਦੀ। ਤੇ ਜਦੋਂ ਇਹਨਾਂ ਨੇ ਉਹ ਬੈਨ ਲਾਇਆ ਉਦੋਂ ਇਹਨਾਂ ਨੇ ਕਿਹਾ ਕਿ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਆ, ਜਿਨ੍ਹਾਂ ਵਿੱਚ ਆ ਗਿਆ H1 ਵੀਜ਼ਾ, ਜਿਨ੍ਹਾਂ ਵਿੱਚ ਆ ਗਿਆ L1 ਵੀਜ਼ਾ, ਜਿਨ੍ਹਾਂ ਵਿੱਚ J ਵੀਜ਼ਾ ਆ ਗਿਆ, ਤੇ ਉਹਦੇ ਵਿੱਚ ਸਟੂਡੈਂਟ ਵੀਜ਼ਾ ਆ ਗਿਆ, ਵੀ ਇਹਨਾਂ ਤੇ ਵੀ ਅਸੀਂ ਜਿਹੜੀਆਂ ਰੈਸਟ੍ਰਿਕਸ਼ਨਸ ਲਾਵਾਂਗੇ ਅਗਲੇ 2 ਮਹੀਨੇ ਦੇ ਵਿੱਚ ਅਸੀਂ ਇਹਨਾਂ ਬਾਰੇ ਵੀ ਦੱਸਾਂਗੇ। ਹੁਣ ਇਹਨਾਂ ਨੇ ਜਦੋਂ ਉਹ ਬੈਨ ਖਤਮ ਹੋਣਾ ਸੀ ਜੂਨ 'ਚ, ਉਹਨੂੰ ਐਕਸਟੈਂਡ ਕੀਤਾ, ਤਾਂ ਉਹਦੇ ਵਿੱਚ ਇਹਨਾਂ ਨੇ ਰੈਸਟ੍ਰਿਕਸ਼ਨਾਂ ਇਹ ਲਾਤੀਆਂ ਵੀ ਜਿਹੜੇ H1 ਵਾਲੇ ਨਵੇਂ ਬੰਦੇ ਜਿਹੜੇ ਆ, ਜੇ ਕਿਸੇ ਨੇ ਆਉਣਾ ਉਹ ਨਹੀਂ ਹੋ ਸਕਦਾ, L1 ਵੀਜ਼ਾ ਜਿਹੜਾ ਇੰਟਰ ਕੰਪਨੀ ਟ੍ਰਾਂਸਫਰੀ ਉਹ ਨਹੀਂ ਹੋ ਸਕਦਾ, J ਵੀਜ਼ਾ ਤੇ ਜਿਹੜਾ F1 ਵੀਜ਼ਾ ਸਟੂਡੈਂਟ, ਜਿਨ੍ਹਾਂ ਦੇ ਵੀਜ਼ੇ ਆਲਰੇਡੀ ਲੱਗੇ ਆ 24 ਅਪ੍ਰੈਲ ਤੋਂ ਪਹਿਲਾਂ ਜਦੋਂ ਇਹ ਬੈਨ ਲੱਗਿਆ, ਉਹਨਾਂ ਦਾ ਚਾਹੇ ਕੋਈ ਵੀਜ਼ਾ ਵੀ ਲੱਗਿਆ, ਚਾਹੇ ਉਹ ਇੱਥੇ ਕੰਮ ਕਰ ਰਹੇ ਜਾਂ ਬਾਹਰੋਂ ਆਉਣਾ, ਉਹ ਆ ਸਕਦੇ ਆ। ਜਿਹੜੇ ਇੱਥੇ H1 ਤੇ ਕੰਮ ਕਰ ਰਹੇ ਆ ਸਟੂਡੈਂਟ ਤੇ, ਉਹ ਬੰਦੇ ਇੱਥੇ ਮਤਲਬ ਰਹਿ ਸਕਦੇ, ਕੰਮ ਕਰ ਸਕਦੇ ਆ ਜੀ। ਇਹ ਲੇਕਿਨ ਨਵੇਂ ਨਹੀਂ ਆਣਗੇ। ਇਹ ਤੋਂ ਇਲਾਵਾ ਫਿਰ ਅਗਲੀ ਗੱਲ ਆ ਹੋਗੀ ਵੀ ਜਿਹੜੇ ਸਟੂਡੈਂਟ ਇੱਥੇ ਨੇ ਵੀਜ਼ੇ ਵਾਲੇ, ਇਹਨਾਂ ਦਾ ਕੀ ਕੀਤਾ ਜਾਵੇ। ਜਿਹੜੇ ਨਵੇਂ ਦਾ ਰੋਕ ਤੇ ਵੀ ਨਵੇਂ ਬੰਦੇ ਨਾ ਆ ਸਕਣ, ਜਿਹੜੇ ਸਟੂਡੈਂਟ ਨੇ ਉਹਨਾਂ ਦਾ ਕੀ ਕਰੀਏ। ਉਹਦਾ ਇਹਨਾਂ ਨੇ ਇਹ ਇੱਕ ਤਰੀਕਾ ਲੱਭਿਆ ਵੀ ਇਦਾਂ ਕਰੋ ਵੀ ਜਿਹੜਾ ਸਟੂਡੈਂਟ ਆਨਲਾਈਨ ਕਲਾਸ ਜਿਹੜੀ ਹੈਗੀ ਲਏਗਾ, ਤੇ ਜੇ ਉਹਦਾ ਸਾਰਾ ਸਕੂਲ ਹੀ ਆਨਲਾਈਨ ਆ ਤਾਂ ਉਹਦਾ ਸਟੂਡੈਂਟ ਵੀਜ਼ਾ ਕੈਨਸਲ ਕਰਕੇ ਉਹਨੂੰ ਇੱਥੋਂ ਡਿਪੋਰਟ ਕੀਤਾ ਜਾਏਗਾ ਜੀ। ਹੁਣ ਗੱਲ ਇਹ ਹੈਗੀ ਆ ਕਿ ਜਿਹੜੇ ਕੈਂਪਸ ਨੇ ਜ਼ਿਆਦਾ, ਉਹ ਆਪ ਹੀ ਆਨਲਾਈਨ ਕਲਾਸਿਸ ਆਫਰ ਕਰ ਰਹੇ ਆ। ਹੁਣ ਸਟੂਡੈਂਟ ਕੋਲ ਤਾਂ ਇਹ ਕੋਈ ਚੁਆਇਸ ਹੈ ਹੀ ਨਹੀਂ। ਜੇ ਹੁਣ ਫਰਜ਼ ਕਰੋ ਕੋਈ ਕੈਂਪਸ ਇਨ ਕੈਂਪਸ ਕਲਾਸਿਸ ਆਫਰ ਕਰ ਰਿਹਾ, ਸਟੂਡੈਂਟ ਚਲੋ ਕਹਿ ਸਕਦਾ ਵੀ ਮੈਂ ਇਨ ਕੈਂਪਸ ਜਾਣਾ, ਪਰ ਜੇ ਉਹ ਕਲਾਸਿਸ ਸਾਰੀਆਂ ਆਨਲਾਈਨ ਆ ਤਾਂ ਉਹ ਸਟੂਡੈਂਟ ਕਿੱਦਾਂ ਕਹਿ ਦੂਗਾ ਜੀ ਮੈਨੂੰ ਤਾਂ ਤੁਸੀਂ ਇੱਥੇ ਪੜ੍ਹਾਓ। ਸੋ ਇਹਨਾਂ ਨੇ ਕਿਹਾ ਵੀ ਚਲੋ ਜੇ ਤੁਸੀਂ ਮਤਲਬ ਕੁਝ ਕਲਾਸਿਸ ਆਨਲਾਈਨ ਲੈ ਲਓ, ਕੁਝ ਇਨ ਕੈਂਪਸ ਲੈ ਲਓ, ਜੇ ਨਹੀਂ ਲੈ ਸਕਦੇ ਤਾਂ ਇਹੋ ਜਿਹੇ ਸਕੂਲ ਕੋਲ ਜਾਓ ਜਾਂ ਐਸੇ ਐਜੂਕੇਸ਼ਨ ਇੰਸਟੀਟਿਊਸ਼ਨ ਕੋਲ ਜਾਓ ਜਿਹੜਾ ਸਾਰੀਆਂ ਕਲਾਸਾਂ ਆਨਲਾਈਨ ਕਰਦਾ, ਮਤਲਬ ਨਹੀਂ ਕਰਦਾ ਤੇ ਇਨ ਕੈਂਪਸ ਕਲਾਸਿਸ ਹੁੰਦੀਆਂ। ਉਹਦੇ 'ਚ ਕੀ ਹੋਇਆ ਵੀ ਲੇਕਿਨ ਉਹਦੀ ਪ੍ਰੋਬਲਮ ਇਹ ਆ ਵੀ ਜਿਹੜੇ ਉਹ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਹੁਣ ਸਟੂਡੈਂਟ ਵੀਜ਼ੇ ਲਈ ਸਪਾਂਸਰ ਕਰਦੇ ਆ ਕਿ ਨਹੀਂ ਕਰਦੇ, ਕਿਉਂਕਿ ਸਟੂਡੈਂਟ ਵੀਜ਼ੇ ਵਾਸਤੇ I-20 ਫਾਰਮ ਲੈਣਾ ਪੈਂਦਾ, ਸਪਾਂਸਰਸ਼ਿਪ ਕਰਨੀ ਪੈਂਦੀ ਹੈ ਥੋੜੀ ਵੀ, ਜਿਹੜਾ ਮਰਜ਼ੀ ਮਤਲਬ ਹਰੇਕ ਸਕੂਲ ਸਟੂਡੈਂਟ ਵੀਜ਼ਾ ਨਹੀਂ ਕਰਦਾ ਜੀ। ਉਹ ਇਹਨਾਂ ਨੇ ਕਿਹਾ ਵੀ ਜਿਹੜਾ ਵੀ ਸਟੂਡੈਂਟ ਵੀਜ਼ੇ ਤੇ ਆ ਉਹਦੇ ਵਾਸਤੇ ਜ਼ਰੂਰੀ ਆ ਕਿ ਉਹ ਇਨ ਪਰਸਨ ਕਲਾਸ ਲਵੇ, ਸਾਰੀਆਂ ਜੇ ਨਾ ਲਵੇ ਤਾਂ ਕੁਝ ਲਵੇ ਜਾਂ ਅੱਧੀਆਂ ਲਵੇ, ਨਹੀਂ ਲਏਗਾ ਤਾਂ ਅਸੀਂ ਉਹਦੇ ਖਿਲਾਫ ਡੈਪੂਟੇਸ਼ਨ ਜਿਹੜੀ ਹੈਗੀ ਉਹ ਕਰ ਦਿਆਂਗੇ, ਉਹਦਾ ਸਟੂਡੈਂਟ ਵੀਜ਼ਾ ਰਿਵੋਕ ਕਰ ਦਾਂਗੇ ਜੀ। ਇਹ ਜਦੋਂ ਇਹਨਾਂ ਨੇ ਗੱਲ ਕਹੀ ਤਾਂ ਇਹਦੇ ਪਿੱਛੇ ਦੋ ਮਨਸ਼ਾ ਸੀਗੀਆਂ। ਇੱਕ ਤਾਂ ਇਹ ਵੀ ਜਿਹੜੀ ਇਹਨਾਂ ਦੀ ਪਾਲਿਸੀ ਆਪਾਂ ਪਹਿਲਾਂ ਡਿਸਕਸ ਕੀਤੀ ਆ ਕਿ ਉਹ ਹੁਣ ਤੋਂ ਹੀ ਨਹੀਂ, ਉਹ ਪਿਛਲੇ 3-4 ਸਾਲ ਤੋਂ ਚੱਲਦੀ ਆ ਰਹੀ ਆ ਕਿ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਨਾ, ਉਹਦਾ ਇਹ ਆਨਗੋਇੰਗ ਸਟੈਪ ਆ ਅਗਲਾ। ਦੂਜਾ ਇਹ ਆ ਕਿ ਇਹ ਚਾਹੁੰਦੇ ਆ ਕਿ ਜਿਹੜੇ ਸਬਰਬਨ ਵੋਟਰ ਹੈਗੇ ਅਮਰੀਕਾ ਦੇ ਵਿੱਚ, ਖਾਸ ਕਰਕੇ ਜਿਹੜੇ ਮਤਲਬ ਵੈਲ ਆਫ ਬੰਦੇ ਨੇ ਜਿਹੜੇ ਸਬਰਬ 'ਚ ਰਹਿੰਦੇ ਸ਼ਹਿਰਾਂ 'ਚ, ਉਹਨਾਂ ਦੇ ਜ਼ਿਆਦਾ ਬੰਦੇ ਇਸ ਕਰਕੇ ਕੰਮ ਨਹੀਂ ਕਰ ਸਕਦੇ, ਜਿਹੜੇ ਖਾਸ ਕਰਕੇ ਲੇਡੀਜ਼ ਆ ਕਿ ਬੱਚੇ ਘਰ ਆ। ਸੋ ਇਹ ਚਾਹੁੰਦੇ ਆ ਵੀ ਬੱਚੇ ਫਾਲ ਤੋਂ ਸਕੂਲ ਜਾਣ, ਕਲਾਸਾਂ ਲੱਗਣ, ਤਾਂ ਕਿ ਉਹ ਕੰਮ ਕਰਨ ਤੇ ਇਕਨੋਮੀ 'ਚ ਥੋੜੀ ਤੇਜ਼ੀ ਆਵੇ ਜੀ। ਸੋ ਇਹਨਾਂ ਦਾ ਸਾਰਾ ਜ਼ੋਰ ਲੱਗਿਆ ਪਿਆ ਵੀ ਕਿਸੇ ਤਰੀਕੇ ਦੇ ਨਾਲ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੇ ਆ ਓਪਨ ਅਪ ਹੋਣ, ਸਕੂਲ ਕਾਲਜਸ, ਤੇ ਉੱਥੇ ਜਿਹੜੇ ਮਤਲਬ ਸਟੂਡੈਂਟ ਜਾ ਕੇ ਪੜ੍ਹਨ, ਤੇ ਉਹ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਹੋਣੀ ਚਾਹੀਦੀ। ਇਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ। ਜਦੋਂ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਗਰਾਊਂਡ ਤੇ ਰਿਐਲਿਟੀ ਜਿਹੜੀ ਕਰੋਨਾ ਵਾਇਰਸ ਦੀ ਆ, ਉਹ ਸਿਚੁਏਸ਼ਨ ਇਹ ਆ ਕਿ ਜਿਹੜੀਆਂ ਸਟੇਟਾਂ ਨੇ ਉੱਥੇ ਕਰੋਨਾ ਤੁਹਾਨੂੰ ਪਤਾ ਕਿੰਨਾ ਵੱਧ ਰਿਹਾ, ਜਿੱਥੇ ਨਹੀਂ ਵੀ ਵੱਧ ਰਿਹਾ ਉਹ ਵੀ ਇਸ ਗੱਲੋਂ ਡਰਦੇ ਆ ਵੀ ਜਦੋਂ ਤੱਕ ਇਹਦੀ ਕੋਈ ਵੈਕਸੀਨ ਨਹੀਂ ਆਉਂਦੀ, ਕੋਈ ਰਿਸਟ੍ਰਿਕਸ਼ਨ ਨਹੀਂ, ਤਾਂ ਹੁਣ ਬੱਚਿਆਂ ਨੂੰ ਤਾਂ ਸਾਰਾ ਦਿਨ ਮਾਸਕ ਲਾ ਕੇ ਰੱਖਣਾ ਬੜਾ ਔਖਾ। ਤੇ ਉਹ ਇਹਨਾਂ ਨੇ ਉਸ ਜਿਹੜੀ ਪਾਲਿਸੀ ਤਹਿਤ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਤੇ ਦਬਾਅ ਪਾਇਆ ਜਾਵੇ ਕਿ ਉਹ ਕੁਝ ਕਲਾਸਿਸ ਇਨ ਕੈਂਪਸ ਕਰਨ, ਜੇ ਸਾਰੀਆਂ ਨਹੀਂ, ਚਾਹੇ ਇਹਨਾਂ ਕਰਕੇ ਕਰਨ ਸਟੂਡੈਂਟ ਵੀਜ਼ੇ ਵਾਲਿਆਂ ਕਰਕੇ, ਤਾਂ ਕਿ ਕੁਝ ਜਿਹੜੇ ਬੱਚੇ ਆ ਉਹ ਇਨ ਕੈਂਪਸ ਪੜ੍ਹ ਸਕਣ। ਤੇ ਉਹ ਮਤਲਬ ਉਹਦੇ ਵਾਸਤੇ ਇਹਨਾਂ ਨੇ ਦਬਾਅ ਜਿਹੜਾ ਹੈਗਾ ਉਹ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਇਹ ਦੋ ਕਾਰਨਾਂ ਕਰਕੇ, ਇੱਕ ਤਾਂ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਦੀ ਪਾਲਿਸੀ ਕਿ ਰਿਸਟ੍ਰਿਕਟ ਕਰੋ, ਦੂਸਰੀ ਇਹ ਪਾਲਿਸੀ ਕਿ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਆਨਲਾਈਨ ਕਲਾਸਿਸ ਸਾਰੀਆਂ ਨਾ ਕਰਨ, ਵਿੱਚ ਕੁਝ ਇਨ ਕੈਂਪਸ ਕਰਨ। ਉਹਦੇ ਕਰਕੇ ਇਹਨਾਂ ਨੇ ਇਹ ਜਿਹੜੀ ਹੈਗੀ ਆ ਇਹ ਪਾਲਿਸੀ ਬਣਾਈ। ਤੇ ਹੁਣ ਜਿਹੜਾ ਅਗਲੀ ਗੱਲ ਆ ਵੀ ਇਹਦਾ ਅੱਗੇ ਕੀ ਹੋਇਆ, ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਇਹ ਪਾਲਿਸੀ ਬਣ ਗਈ, ਇਹਦਾ ਜਿਹੜੀ ਸਾਰੀ ਅਮਰੀਕਾ ਦੇ ਵਿੱਚ ਇੰਡਸਟਰੀ ਹੈਗੀ ਆ, ਖਾਸ ਕਰਕੇ ਗੂਗਲ ਵਾਲੇ ਹੋ ਗਏ, ਐਪਲ ਵਾਲੇ, ਮਾਈਕਰੋਸਾਫਟ ਵਾਲੇ, ਇਹਨਾਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ। ਉਹਦੇ ਨਾਲ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਨੇ ਵਿਰੋਧ ਕੀਤਾ। ਤੇ
ਬੋਸਟਨ ਦੇ ਵਿੱਚ MIT ਤੇ ਹਾਰਵਰਡ ਨੇ ਜਿਹੜੀ ਹਾਰਵਰਡ ਯੂਨੀਵਰਸਿਟੀ ਆ, ਉਹਨਾਂ ਨੇ ਇੱਕ ਕੇਸ ਫਾਈਲ ਕੀਤਾ ਤੇ ਉਹ ਕੇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਹੈਗਾ ਇਹ ਟੋਟਲੀ ਫੈਸਲਾ ਗਲਤ ਹੈ, ਇਲੀਗਲ ਆ, ਕਿਉਂਕਿ ਜਿਹੜਾ ਸਟੂਡੈਂਟ ਵੀਜ਼ਾ ਜਦੋਂ ਅਸੀਂ ਇਸ਼ੂ ਕੀਤਾ ਸੀ ਸਟੂਡੈਂਟਸ ਨੂੰ, ਅਸੀਂ ਉਹਨਾਂ ਨੂੰ ਕੋਈ ਸ਼ਰਤ ਨਹੀਂ ਸੀ ਰੱਖੀ ਕਿ ਤੁਸੀਂ ਔਨ ਕੈਂਪਸ ਆਉਣਾ, ਇਹ ਅਸੀਂ ਦੇਖਣਾ। ਹੁਣ ਅਸੀਂ ਕੁਝ ਬੱਚਿਆਂ ਵਾਸਤੇ ਆਪਣੇ ਟੀਚਰਸ ਨੇ ਜਾਂ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਦੀ ਜਾਨ ਜ਼ੋਖਮ 'ਚ ਨਹੀਂ ਪਾ ਸਕਦੇ। ਇਹਦੇ ਨਾਲ ਨਾਲ 50 ਤੋਂ ਉੱਤੇ ਹੋਰ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਅਮਰੀਕਾ ਦੇ ਉਹ ਜੁਆਇਨ ਕਰ ਗਏ ਤੇ ਉਹਨਾਂ ਨੇ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਉਹ ਇਹਦੀ ਸਪੋਰਟ ਕੀਤੀ। ਤੇ ਉਧਰੋਂ ਵਾਸ਼ਿੰਗਟਨ DC ਵਿਖੇ ਜਿਹੜੀ ਜੌਨ ਹੌਪਕਿਨ ਯੂਨੀਵਰਸਿਟੀ ਆ, ਉਹਨਾਂ ਨੇ ਵੀ ਕੇਸ ਕਰਤਾ ਇੱਕ। ਜਦੋਂ ਉਹਨਾਂ ਨੇ ਕੇਸ ਕੀਤਾ ਤੇ 17 ਜਿਹੜੀਆਂ ਸਟੇਟਾਂ ਦੇ ਜਿਹੜੇ ਅਟਾਰਨੀ ਜਨਰਲ ਨੇ ਉਹ ਸ਼ਾਮਲ ਹੋ ਗਏ, ਉਹਨਾਂ ਨੇ ਵੀ ਮਤਲਬ ਜਿਹੜਾ ਇਸ ਕੇਸ ਨੂੰ ਜੁਆਇਨ ਕਰ ਲਿਆ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਰਿਸਟ੍ਰਿਕਸ਼ਨ ਹੈਗੀ ਆ ਗਲਤ ਆ, ਇਹ ਰਿਸਟ੍ਰਿਕਸ਼ਨ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ। ਤੇ ਉਹ ਜਦੋਂ ਕੋਰਟ 'ਚ ਕੇਸ ਗਿਆ ਤੇ ਜਿਹੜੀ ਪਹਿਲੀ ਹੀਅਰਿੰਗ ਸੀਗੀ, ਉਦੋਂ ਗਵਰਨਮੈਂਟ ਨੇ ਦੇਖਿਆ ਵੀ ਇਹ ਕੇਸ ਕੋਰਟ 'ਚ ਟਿਕਣਾ ਨਹੀਂ, ਕਿਉਂਕਿ ਉਹਦਾ ਕੋਈ ਲੀਗਲ ਗਰਾਊਂਡ ਜਿਹੜਾ ਇਹ ਨਹੀਂ ਬਣਦਾ, ਕਿਉਂਕਿ ਜੇ ਕੋਈ ਬੰਦਾ ਸਟੂਡੈਂਟ ਵੀਜ਼ੇ ਤੇ ਹੈਗਾ ਉਹਦੇ 'ਚ ਇਹ ਸ਼ਰਤ ਨਹੀਂ ਹੈਗੀ ਸਟੂਡੈਂਟ ਵੀਜ਼ੇ ਤੇ ਹੋਣ 'ਚ ਵੀ ਸਾਰੀਆਂ ਕਲਾਸਾਂ ਉਹਦੀਆਂ ਇਨ ਕੈਂਪਸ ਹੋਣ। ਜੇ ਐਜੂਕੇਸ਼ਨ ਇੰਸਟੀਟਿਊਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹਨੂੰ ਪੜਾਉਣ ਨੂੰ ਤਿਆਰ ਆ, ਤਾਂ ਸਟੂਡੈਂਟ ਨੂੰ ਕੀ ਸਾਰੀ ਗੱਲ ਨੂੰ ਆਪਾਂ ਜੇ ਸਮੇਟ ਕੇ ਗੱਲ ਕਰੀਏ ਤੇ ਇਸ ਵੇਲੇ ਜਿਹੜਾ ਉਹ ਮਸਲਾ ਹੱਲ ਹੋ ਗਿਆ। ਹਾਂਜੀ, ਤੇ ਆਪਾਂ ਇਹ ਫਾਈਨਲ ਕਹਿ ਸਕਦੇ ਹਾਂ। ਤੁਸੀਂ ਵੈਸੇ ਥੋੜੀ ਗੱਲਾਂ ਜਿਹੜੀਆਂ ਮੈਂ ਪੁੱਛਣੀਆਂ ਸੀ ਉਸ ਬਾਰੇ ਬਿਗਨਿੰਗ 'ਚ ਕਾਫੀ ਕੁਝ ਦੱਸਿਆ। ਮੇਨ ਜਿਹੜੀ ਗੱਲਬਾਤ ਆ, ਸਾਡੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਖਾਸ ਤੌਰ ਤੇ ਪੰਜਾਬ ਤੋਂ, ਉਹ ਵੱਡ ਟੱਪ ਕੇ ਆਉਂਦੇ ਆ ਤੇ ਤੁਹਾਡਾ ਕਾਫੀ ਵਾਹ ਵਾਸਤਾ ਪੈਂਦਾ ਉਹਨਾਂ ਨਾਲ। ਅਸਾਈਲਮ ਕੇਸਸ ਖਾਸ ਕਰਕੇ ਤੁਸੀਂ ਬਹੁਤ ਜ਼ਿਆਦਾ ਕੀਤੇ ਆ, ਅਸੀਂ ਕਹਿ ਸਕਦੇ ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਜਿਹੜੇ ਕੇਸ ਉਹ ਹੁਣ ਤੱਕ ਸੋਲਵ ਕਰ ਚੁੱਕੇ ਹੋ। ਹਾਲੇ ਵੀ ਬਹੁਤ ਸਾਰੇ ਜਿਹੜੇ ਲੋਕ ਅਜਿਹੇ ਹੈਗੇ, ਚਾਹੇ ਉੱਥੇ ਕੋਈ ਵੀ ਉਹਨਾਂ ਨੇ ਦੀਵਾਰ ਬਣਾ ਦਿੱਤੀ ਆ, ਵਾਰ ਬਣਾ ਦਿੱਤੀ ਆ, ਪਰ ਫਿਰ ਵੀ ਸਾਡੇ ਜਿਹੜੇ ਬੰਦੇ ਹਟੇ ਨਹੀਂ, ਇੱਥੇ ਆਣ ਕੇ ਉਹ ਜੇਲ੍ਹਾਂ 'ਚ ਫੜੇ ਜਾਂਦੇ ਆ। ਉਸ ਬਾਰੇ ਥੋੜਾ ਜਿਹਾ ਥੋਰੋਲੀ ਦੱਸੋ, ਕਿਵੇਂ ਉਹ ਫੜੇ ਜਾਂਦੇ ਤੇ ਕਿਵੇਂ ਉਹਨਾਂ ਨੂੰ ਛਡਾਇਆ ਜਾ ਸਕਦਾ, ਕਿਵੇਂ ਬੇਲ ਹੋ ਸਕਦੀ ਆ, ਕਿਵੇਂ ਉਹ ਪੋਲੀਟੀਕਲ ਅਸਾਈਲਮ ਜਿਹੜਾ ਉਹ ਅਪਲਾਈ ਕਰ ਸਕਦੇ ਆ। ਰੰਧਾਵਾ ਸਾਹਿਬ, ਇਹ ਇਸ ਤਰ੍ਹਾਂ ਕਿ ਇੱਕ ਤਾਂ ਚਲੋ ਜਿਹੜਾ ਪਹਿਲਾਂ ਆਪਾਂ ਉਹਨੂੰ ਗੱਲ ਨੂੰ ਕੰਪਲੀਟ ਕਰ ਲਈਏ। ਉਹ ਇਸ ਤਰ੍ਹਾਂ ਹੋਇਆ ਵੀ ਇਹਨਾਂ ਨੇ ਜਿਹੜਾ ਕੇਸ ਆ ਉਹਦੇ ਵਿੱਚ ਆਪਣਾ ਜਿਹੜਾ ਅਸੀਂ ਕੇਸ ਵਾਪਸ ਲੈ ਲਿਆ। ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਜਿਹੜਾ ਸਟੂਡੈਂਟ ਵੀਜ਼ਾ ਰਿਵੋਕ ਨਹੀਂ ਕਰਾਂਗੇ, ਤਾਂ ਉਹ ਅਜੇ ਸੈਟਲ ਹੋ ਗਿਆ। ਤੇ ਉਹਨਾਂ ਜਿਹੜੇ ਮਤਲਬ ਸਿਰ ਤੇ ਸੀਗੀ ਤਲਵਾਰ ਲਟਕੀ, ਉਹ ਅਜੇ ਫਿਲਹਾਲ ਦੀ ਘੜੀ ਟਲ ਗਈ, ਅੱਗੇ ਹੁਣ ਪਤਾ ਨਹੀਂ ਕੀ ਹੋਊਗਾ। ਉਦੋਂ ਬਾਅਦ ਜਿਹੜਾ ਪੋਲੀਟੀਕਲ ਅਸਾਈਲਮ ਦਾ ਮਸਲਾ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜੇ ਇਸ ਐਡਮਿਨਿਸਟ੍ਰੇਸ਼ਨ ਨੇ 3 ਫੈਸਲੇ ਲਏ ਜੀ। ਪਹਿਲਾ ਫੈਸਲਾ ਇਹਨਾਂ ਨੇ ਇਹ ਲਿਆ ਕਿ ਜਿਹੜੇ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਬਾਰਡਰ ਕ੍ਰਾਸ ਕਰਕੇ ਬੰਦੇ ਆਉਂਦੇ ਆ, ਉਹਨਾਂ ਨੂੰ ਇੱਕ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਲੰਘਣਾ ਪੈਂਦਾ ਜੀ। ਜ਼ਿਆਦਾ ਬੰਦਿਆਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਇਹ ਵੀ ਕੋਈ ਇੰਟਰਵਿਊ ਹੁੰਦੀ ਆ। ਜੇ ਕ੍ਰੈਡੀਬਲ ਫੀਅਰ 'ਚੋਂ ਫੇਲ ਹੋ ਜਾਣ ਤਾਂ ਉਹਨਾਂ ਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਇੱਕ ਵਾਰੀ ਜਾਂਦਾ, ਰਿਵਿਊ ਕਰ ਸਕਦੇ ਆ। ਉਸ ਤੋਂ ਬਾਅਦ ਜੇ ਉਹ ਵੀ ਫੇਲ ਕਰ ਦੇਵੇ ਤਾਂ ਉਹ ਅਸਾਈਲਮ ਨਹੀਂ ਲਾ ਸਕਦੇ, ਨਾ ਕੋਈ ਅਪੀਲ ਹੋ ਸਕਦੀ ਹੈ। ਅੱਛਾ, ਇਹਨਾਂ ਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਸਰਕਾਰ ਨੇ ਕਿ ਜਿਹੜੇ ਇਹਨਾਂ ਦੇ ਬੌਂਡ ਨਾ ਹੋਣ ਵੀ ਕ੍ਰੈਡੀਬਲ ਫੀਅਰ 'ਚੋਂ ਪਾਸ, ਉਹ ਫਿਰ ਜਿਹੜੇ ਕਈ ਜੱਜਾਂ ਨੇ ਕੀਤੇ ਗਏ ਨਹੀਂ ਕੀਤੇ, ਉਹ 'ਚ ਇਹ ਜ਼ਿਆਦਾ ਕਾਮਯਾਬ ਨਹੀਂ ਹੋਏ। ਬੌਂਡ ਦੇ ਬੰਦੇ ਫਿਰ ਵੀ ਬਾਹਰ ਆਈ ਗਏ ਜੀ ਜੀ। ਦੂਜਾ ਇਹਨਾਂ ਨੇ ਹੁਣ ਇਹ ਕੀਤਾ ਪਿਛਲੇ ਸਾਲ 1.5 ਸਾਲ ਤੋਂ ਕਿ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਉਹਦੇ 'ਚ ਇਹ 90% ਬੰਦਿਆਂ ਨੂੰ ਫੇਲ ਕਰ ਦਿੰਦੇ ਆ। ਉਹਦਾ ਮਤਲਬ ਆ ਵੀ ਤੇਰਾ ਕੇਸ ਇਸ ਲਾਇਕ ਹੀ ਹੈ ਨਹੀਂ ਕਿ ਤੂੰ ਅਸਾਈਲਮ ਲੈ ਸਕੇ। ਜਿਹੜੇ ਅਸਾਈਲਮ ਦੇ 5 ਗਰਾਊਂਡ ਉਹਦੇ 'ਚ ਨਹੀਂ ਆਉਂਦਾ, ਜਾਂ ਇਹ ਕੇਸ ਅਪਰੋਪਰੀਏਟ ਨਹੀਂ ਕਿ ਇਮੀਗ੍ਰੇਸ਼ਨ ਜੱਜ ਕੋਲ ਜਾਵੇ। ਉਹਦੀ ਇੱਕ ਰਿਵਿਊ ਇਮੀਗ੍ਰੇਸ਼ਨ ਜੱਜ ਕੋਲ ਹੁੰਦੀ ਆ ਤੇ ਉਹਦੇ ਵਿੱਚ ਵੀ ਤਕਰੀਬਨ 90% ਨੂੰ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਕਹਿੰਦੇ ਆ ਵੀ ਠੀਕ ਹੈ ਜੀ, ਉਹਨਾਂ ਦਾ ਫੈਸਲਾ ਇਮੀਗ੍ਰੇਸ਼ਨ ਦਾ ਵੀ ਇਹ ਜਿਹੜਾ ਬੰਦਾ ਵੀ ਇਹ ਜਿਹੜਾ ਕੇਸ ਹੈਗਾ ਉਹ ਕ੍ਰੈਡੀਬਲ ਨਹੀਂ ਹੈ। ਉਸ ਤੋਂ ਬਾਅਦ ਉਹਦੀ ਨਾ ਕੋਈ ਅਪੀਲ ਹੁੰਦੀ ਆ, ਨਾ ਉਹਦਾ ਕੋਈ ਅਸਾਈਲਮ ਅਪਲਾਈ ਕਰ ਸਕਦਾ, ਨਾ ਬੌਂਡ ਹੁੰਦਾ। ਇਸ ਗੱਲ ਤੇ US ਸੁਪਰੀਮ ਕੋਰਟ ਨੇ ਪਿੱਛੇ ਮੋਹਰ ਲਾਤੀ ਕਿ ਇੱਕ ਕੇਸ ਸੀਗਾ ਜਿਹੜਾ ਕਿ ਇੱਕ ਬੰਦਾ ਬਾਹਰੋਂ ਆਇਆ ਸ੍ਰੀਲੰਕਾ ਤੋਂ, ਉਹ ਇਦਾਂ ਹੀ ਇਹਨਾਂ ਨੇ ਮਤਲਬ ਕ੍ਰੈਡੀਬਲ ਫੀਅਰ 'ਚ ਫੇਲ ਕਰਤਾ। ਉਦੋਂ ਬਾਅਦ ਉਹਨੇ ਅੱਗੇ ਅਪੀਲ ਕਰਤੀ 9 ਸਰਕਟ 'ਚ। ਹੁਣ ਸਰਕਟ ਕੋਰਟਾਂ ਜਿਹੜੀਆਂ ਨੇ ਜਦੋਂ ਅਸਾਈਲਮ ਲਾਉਂਦਾ ਬੰਦਾ, ਉਦੋਂ ਬਾਅਦ ਉਹਦਾ ਕੇਸ ਜੇ ਇਮੀਗ੍ਰੇਸ਼ਨ ਜੱਜ ਫੇਲ ਕਰ ਦੇਵੇ ਤਾਂ ਉਹ ਪਹਿਲਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋਲ ਜਾਂਦਾ, ਫਿਰ ਸਰਕਟ ਕੋਲ ਜਾਂਦਾ। ਉਹਨੇ ਕਿਹਾ ਕਿ ਮੇਰਾ ਇਹ ਵੀ ਸੁਣੋ ਵੀ ਮੈਂ ਅਸਾਈਲਮ ਲਾਉਣਾ ਚਾਹੁੰਦਾ, ਮੈਨੂੰ ਫੇਲ ਕਰਤਾ। ਸਰਕਟ ਕੋਰਟ ਨੇ ਕਿਹਾ ਕਿ ਠੀਕ ਹੈ, ਇਹਦਾ ਅਧਿਕਾਰ ਤਾਂ ਬਣਦਾ ਵੀ ਸਾਨੂੰ ਸੁਣਨ ਦਾ ਹੱਕ ਹੈ। ਜਦੋਂ ਸੁਪਰੀਮ ਕੋਰਟ ਕੋਲ ਗਿਆ ਤਾਂ US ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜਾ ਕਾਨੂੰਨ ਆ ਅਮਰੀਕਾ ਦਾ ਅਸਾਈਲਮ ਦਾ ਲਾ, ਉਹਦੇ ਵਿੱਚ ਲਿਖਿਆ ਵੀ ਜਿਹੜਾ ਬੰਦਾ ਕ੍ਰੈਡੀਬਲ ਫੀਅਰ 'ਚੋਂ ਫੇਲ ਹੋ ਜਾਵੇ ਉਹ ਬੰਦਾ ਅਸਾਈਲਮ ਨਹੀਂ ਲਾ ਸਕਦਾ। ਅਸੀਂ ਸਿਰਫ ਅਸਾਈਲਮ ਦੀਆਂ ਅਪੀਲਾਂ ਸੁਣ ਸਕਦੇ, ਜਿਹਦਾ ਅਸਾਈਲਮ ਲੱਗਿਆ ਹੀ ਨਹੀਂ ਉਹਦੀ ਅਪੀਲ ਨਹੀਂ ਸੁਣ ਸਕਦੇ, ਉਹਦੇ ਕੋਲੇ ਕੋਈ ਅਪੀਲ ਦਾ ਰਾਈਟ ਨਹੀਂਗਾ। ਉਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਫੇਵਰ 'ਚ US ਸੁਪਰੀਮ ਕੋਰਟ ਨੇ ਕੀਤਾ, ਜਿਹਦੇ ਤਹਿਤ ਕਿ ਇਹ ਹੁਣ ਬੰਦਿਆਂ ਨੂੰ ਇੱਥੋਂ ਜਦੋਂ ਆਉਂਦਾ ਕ੍ਰੈਡੀਬਲ ਫੀਅਰ 'ਚੋਂ ਫੇਲ ਹੋ ਜਾਂਦਾ ਉਹਨੂੰ ਇਹ ਰਿਪੋਰਟ ਕਰ ਦਿੰਦੇ ਆ। ਦੂਜੀ ਇਹ ਤਾਂ ਹੋ ਗਈ ਪਹਿਲੀ।
ਦੂਜੀ ਇਹਨਾਂ ਨੇ ਜਿਹੜੀ ਅਸਾਈਲਮ ਤੇ ਰਿਸਟ੍ਰਿਕਸ਼ਨ ਲਾਈ ਉਹ ਇਹ ਲਾਈ ਕਿ ਇਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਵੀ ਅਮਰੀਕਾ ਦੇ ਵਿੱਚ ਅਸਾਈਲਮ ਕਰਨਾ ਚਾਹੁੰਦਾ ਬਾਰਡਰ ਤੋਂ ਆਇਆ, ਉਹ ਜਿਹੜੀ ਕੰਟਰੀ ਚੋਂ ਲੰਘ ਕੇ ਆਇਆ ਪਹਿਲਾਂ ਉੱਥੇ ਕਰੇ। ਜੇ ਹੁਣ ਮੈਕਸੀਕੋ ਚੋਂ ਆਇਆ ਤਾਂ ਇਹ ਜਾਂ ਵੈਨਜ਼ੂਏਲਾ ਚੋਂ ਆਇਆ ਉੱਥੇ ਕਰੇ। ਜੇ ਉੱਥੇ ਫੇਲ ਹੁੰਦਾ ਕੇਸ ਤੇ ਫਿਰ ਉਹ ਇੱਥੇ ਆ ਕੇ ਕੇਸ ਲਾਵੇ, ਤੇ ਉਹਦੇ 'ਚ ਉਹਨੂੰ ਕਹਿੰਦੇ ਥਰਡ ਕੰਟਰੀ ਰੂਲ। ਉਹ ਜਿਹੜਾ ਉਹ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਬਣੇ ਨੂੰ ਕਿੰਨਾ ਚਿਰ ਹੋ ਗਿਆ? ਨਹੀਂ, ਜਿਹੜਾ ਇਮੀਗ੍ਰੇਸ਼ਨ ਦਾ ਲਾ ਹੈਗਾ ਅਸਾਈਲਮ ਦਾ ਉਹਦੇ ਵਿੱਚ ਨਹੀਂ ਹੈਗਾ ਕੁਝ ਵੀ। ਇਹ ਇਹਨਾਂ ਨੇ ਸਾਲ ਕੁ ਪਹਿਲਾਂ ਇੱਕ ਬਣਾਇਆ ਰੂਲ, ਨਹੀਂ ਰੂਲ ਬਣਾਤਾ ਵੀ ਇਹ ਇਦਾਂ ਕਰੋ, ਤੇ ਉਹ ਇਹ ਕਰਾਇਆ ਵੀ ਜਿਹੜੇ ਮੈਕਸੀਕੋ ਤੋਂ ਕਿਸੇ ਨੇ ਕੇਸ ਨਹੀਂ ਲਾਇਆ ਉਹਨੂੰ ਫਿਰ ਮੁੜ ਕੇ ਕੋਈ ਕੇਸ ਲਾਇਆ ਨਹੀਂ, ਤੇ ਇਸ ਕਰਕੇ ਉਹਨੂੰ ਅਸਾਈਲਮ ਨਹੀਂ ਲੈ ਸਕਦਾ, ਵਿਦਹੋਲਡਿੰਗ ਲਵੇ। ਵਿਦਹੋਲਡਿੰਗ ਦਾ ਬਾਰ ਬਹੁਤ ਉੱਚਾ, ਤੇ ਉਹ 'ਚ ਫਿਰ ਮਤਲਬ ਜਿਹੜਾ ਬੰਦਾ ਕੋਈ ਫਰਜ਼ ਕਰੋ ਫਿਰ ਪਾਸ ਵੀ ਹੋ ਜਾਂਦਾ ਕ੍ਰੈਡੀਬਲ ਫੀਅਰ 'ਚ, ਉਹਨੂੰ ਇੱਥੋਂ ਰੋਕੋ। ਇਹ ਦੂਜਾ ਹਰਡਲ ਆ ਤੇ ਉਹਦੇ 'ਚ ਜੇ। ਲੇਕਿਨ ਹੁਣ ਪਿੱਛੇ ਜਿਹੇ ਜਿਹੜੀ ਇੱਕ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਗਿਆ, ਉਹਨੇ ਇਹ 'ਤੇ ਸਟੇ ਕਰਤੀ। ਉਹਨੇ ਕਿਹਾ ਕਿ ਇਹ ਜਿਹੜਾ ਆ ਥਰਡ ਕੰਟਰੀ ਰੂਲ ਬਣਾਇਆ ਇਹ ਲੀਗਲ ਨਹੀਂ ਹੈਗਾ, ਤੇ ਕੀਤੀ ਵੀ ਉਸ ਬੰਦੇ ਨੇ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ 17 ਦੇ ਵਿੱਚ ਜੱਜ ਅਪਾਇੰਟ ਕੀਤਾ ਸੀ। ਉਹਨੇ ਕਿਹਾ ਕਿ ਜਿਹੜਾ ਲਾ ਹੈਗਾ ਇਮੀਗ੍ਰੇਸ਼ਨ ਦਾ ਅਸਾਈਲਮ ਦਾ, ਉਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਪਹਿਲਾਂ ਜਿਹੜੀ ਕੰਟਰੀ ਦੇ ਵਿੱਚ ਰੁਕਿਆ ਬੰਦਾ ਜਾਂ ਜਿਹਦੇ ਥਰੂ ਆਇਆ ਵੀ ਉੱਥੇ ਕੇਸ ਲਾਵੇ। ਇਹ ਇਲਾਜ ਨਹੀਂ ਹੈਗਾ। ਸੋ ਇਸ ਕਰਕੇ ਜਦੋਂ ਇਲਾਜ ਹੈ ਨਹੀਂ ਤਾਂ ਇਹਦੇ 'ਚ ਜਿਹੜੀ ਗਵਰਨਮੈਂਟ ਹੈਗੀ ਆ ਉਹ ਕਿੱਦਾਂ ਰਿਕੁਆਇਰ ਕਰ ਸਕਦੀ ਹੈ। ਉਹਦੇ 'ਚ ਸਟੇ ਹੋ ਗਈ, ਉਹ ਵੀ ਇੱਕ ਅਸਾਈਲਮ ਵਾਲਿਆਂ ਦੀ ਮਤਲਬ ਜਿਹਨੂੰ ਕਹਿ ਲਓ ਵੀ ਜਿੱਤ ਹੋਈ ਆ। ਤੀਸਰਾ ਜਿਹੜਾ ਉਹ ਇਹ ਆ ਕਿ ਇਹਨਾਂ ਨੇ ਜਿਹੜੇ ਬੰਦੇ ਬਾਹਰ ਨੇ, ਇਹ ਤਾਂ ਹੋ ਗਏ ਜਿਹੜੇ ਹੈਗੇ ਡਿਟੈਂਸ਼ਨ ਵਾਲੇ, ਇਹ ਦੋ ਗੱਲਾਂ ਉਹਨਾਂ ਦੇ ਲਾਗੂ ਹੁੰਦੀਆਂ, ਕ੍ਰੈਡੀਬਲ ਫੀਅਰ ਵੀ ਤੇ ਆ ਵੀ। ਜਿਵੇਂ ਹੁਣ ਬਾਹਰ ਕੋਈ ਬੰਦਾ ਆ ਗਿਆ, ਫਰਜ਼ ਕਰੋ ਕੋਈ ਵਿਜ਼ਟਰ ਵੀਜ਼ਾ ਲੈ ਕੇ ਆਇਆ ਜਾਂ ਕੋਈ ਉੱਦਾਂ ਹੀ ਲੰਘਿਆ ਫੜਿਆ ਨਹੀਂ ਗਿਆ, ਜਾਂ ਕਿਸੇ ਦੀ ਜਿਹੜੀ ਜ਼ਮਾਨਤ ਹੋ ਗਈ, ਬੌਂਡ ਹੋ ਗਿਆ, ਉਹਨੇ ਬਾਹਰ ਕੇਸ ਲਾਉਣਾ ਅਸਾਈਲਮ ਦਾ, ਉਹਨਾਂ ਤੇ ਰਿਸਟ੍ਰਿਕਸ਼ਨ ਇਹ ਲਾਈ ਕਿ ਇਹ ਬੰਦੇ ਜਿਹੜੇ ਆ ਇਹ ਜਿਹੜੇ ਅੱਗੇ ਕਰਦੇ ਸੀਗੇ ਬੈਟਰਡ ਸਪਾਊਸ, ਜਿਵੇਂ ਕੋਈ ਲੇਡੀ ਆ ਉੱਤੇ ਬੜਾ ਅਤਿਆਚਾਰ ਹੋਇਆ, ਜ਼ੁਲਮ ਹੋਇਆ, ਉਹਨੂੰ ਉਹਦੇ ਘਰਦਿਆਂ ਨੇ ਤੰਗ ਕੀਤਾ, ਜਾਂ ਉਹਦੇ ਤੇ ਜਿਹਨੂੰ ਕਹਿ ਲਓ ਵੀ ਬਹੁਤ ਜ਼ਿਆਦਾ ਮਤਲਬ ਉਹ ਵਿਕਟਮ ਹੈਗੀ ਆ ਅਬਿਊਜ਼ ਦੀ, ਵੀ ਉਹ ਗਰਾਊਂਡ ਹੀ ਹੈ ਨਹੀਂ, ਉਹ ਨਹੀਂ ਇਹ ਕਰ ਸਕਦੀ। ਉਹ ਗਰਾਊਂਡ ਵੀ ਹੁਣ ਸਰਕਟ ਕੋਰਟ ਨੇ ਤੋੜਤਾ ਜੋ ਇਹਨਾਂ ਨੇ ਲਾਇਆ, ਕਿਉਂਕਿ ਮਤਲਬ ਪਿੱਛੇ ਕੇਸ ਗਿਆ ਸਰਕਟ ਕੋਰਟ 'ਚ ਪਿਛਲੇ ਹਫ਼ਤੇ। ਉਹਨਾਂ ਨੇ ਕਿਹਾ ਕਿ ਇਹ ਆਰਬਿਟਰਲੀ ਆਪਣੇ ਆਪ ਇਦਾਂ ਦੇ ਗਰਾਊਂਡ ਜਿਹੜੇ ਖਤਮ ਨਹੀਂ ਕਰ ਸਕਦੇ, ਵੀ ਇਹ ਨਹੀਂ ਹੋਣਾ ਚਾਹੀਦਾ। ਇਹ ਕਹਿੰਦੇ ਆ ਕਿ ਸਿਰਫ ਜਿਹੜਾ ਬੰਦਾ ਪੋਲੀਟੀਕਲ ਓਪੀਨੀਅਨ ਤੇ ਹੁੰਦਾ, ਵੀ ਜਿਵੇਂ ਕੋਈ ਬੰਦਾ ਕਹਿੰਦਾ ਜੀ ਮੈਂ ਆਪਣਾ ਓਪੀਨੀਅਨ ਵਾਇਸ ਕਰਦਾ, ਸਰਕਾਰ ਮੈਨੂੰ ਮਾਰਦੀ ਆ, ਜਾਂ ਰਿਲੀਜਨ ਹੈ, ਵੀ ਉਹੀ ਲਾਵੇ। ਹੁਣ ਅਸਾਈਲਮ ਦੇ 5 ਗਰਾਊਂਡ ਆ। ਉਹ ਕੋਰਟ ਨੇ ਕਿਹਾ ਵੀ ਇਹ ਤੁਹਾਡਾ ਜਿਹੜੀ ਰਿਸਟ੍ਰਿਕਸ਼ਨ ਗਲਤ ਆ, ਤੇ ਇਸ ਕਰਕੇ ਇਹ ਜਿਹੜੀਆਂ ਔਰਤਾਂ ਨੇ ਜਿਹੜੀਆਂ ਕਿ ਜ਼ੁਲਮ ਦਾ ਸ਼ਿਕਾਰ ਨੇ, ਉਹ ਅਸਾਈਲਮ ਲਾ ਸਕਦੀਆਂ ਨੇ। ਉਹ ਵੀ ਹੁਣ ਅਸਾਈਲਮ ਵਾਲਿਆਂ ਦੇ ਹੱਕ 'ਚ ਪਿਛਲੇ ਹਫ਼ਤੇ ਹੋਇਆ। ਸੋ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਜਿਹੜੇ ਹਰਡਲਸ ਇਹ ਕ੍ਰੀਏਟ ਕਰਦੇ ਆ, ਉਹਨਾਂ ਹਰਡਲਸ ਨੂੰ ਜਿਹੜੀਆਂ ਕੋਰਟਸ ਹੈਗੀਆਂ ਤੋਂ ਉੱਥੇ ਜਾਂਦਾ, ਉਹ ਕੋਰਟਸ ਜਿਹੜੀਆਂ ਹੈਗੀਆਂ ਉਹ ਨਾਲ ਦੀ ਨਾਲ ਜਿਹੜੀਆਂ ਤੋੜ ਰਹੀਆਂ ਨੇ। ਸੋ ਐਜ਼ ਆਫ ਨਾਓ ਅਸਾਈਲਮ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਕਰਨ ਦੀ ਰਿਸਟ੍ਰਿਕਟ, ਉਹਦੇ 'ਚ ਕਾਮਯਾਬ ਨਹੀਂ ਹੋਏ। ਸੋ ਅਸਾਈਲਮ ਦਾ ਜਿਹੜਾ ਹੈਗਾ ਸਟਿਲ ਅਜੇ ਉਸੇ ਤਰ੍ਹਾਂ ਹੀ ਚੱਲ ਰਿਹਾ। ਤੇ ਦੂਜਾ ਮੈਂ ਇੱਕ ਹੋਰ ਦੱਸਦਾ, ਜਿਹੜਾ ਇਮੀਗ੍ਰੇਸ਼ਨ ਬੈਨ ਲਾਇਆ ਟਰੰਪ ਸਾਹਿਬ ਨੇ, ਇਹਦੇ ਵਿੱਚ ਜਿਹੜੇ ਅਸਾਈਲਮ ਦੇ ਕੇਸ ਨੇ, ਜਿਵੇਂ ਕਿਸੇ ਬੰਦੇ ਨੇ ਅਸਾਈਲਮ ਅਪਲਾਈ ਕੀਤਾ ਤੇ ਉਹਦਾ ਪਾਸ ਹੋ ਗਿਆ, ਉਹਨੇ ਆਪਣੀ ਫੈਮਿਲੀ ਦਾ ਅਪਲਾਈ ਜਿਹੜੀ ਅਸਾਈਲੀ ਰਿਲੇਟਿਵ ਪਟੀਸ਼ਨ ਕਰਦੇ ਆ, ਉਹ 'ਤੇ ਕੋਈ ਬੈਨ ਨਹੀਂਗਾ। ਜਿਹੜਾ ਅਸਾਈਲਮ ਵਾਲਿਆਂ ਦਾ ਕੇਸ ਪਾਸ ਹੁੰਦਾ, ਉਹ ਸਾਲ ਬਾਅਦ ਗ੍ਰੀਨ ਕਾਰਡ ਕਰ ਸਕਦੇ ਆ, ਉਹ 'ਤੇ ਵੀ ਕੋਈ ਬੈਨ ਨਹੀਂ। ਉਹ ਬੰਦਾ ਗ੍ਰੀਨ ਕਾਰਡ ਕਰ ਸਕਦਾ, ਅਸਾਈਲਮ ਵੀ ਲਾ ਸਕਦਾ, ਉਹ 'ਤੇ ਵੀ ਕੋਈ ਨਹੀਂ। ਸੋ ਇਹ ਇਸ ਬੈਨ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਨਹੀਂ ਆਉਂਦੀਆਂ। ਸੋ ਜੇ ਕਿਸੇ ਦਾ ਅਸਾਈਲਮ ਪਾਸ ਹੋਇਆ, ਉਹ ਸਾਲ ਬਾਅਦ ਗ੍ਰੀਨ ਕਾਰਡ ਕਰ ਸਕਦਾ, ਉਹ ਆਪਣੀ ਫੈਮਿਲੀ ਦਾ ਵੀ ਮਤਲਬ ਅਪਲਾਈ ਕਰ ਸਕਦਾ, ਉਹ 'ਤੇ ਕੋਈ ਬੈਨ ਨਹੀਂ ਹੈਗਾ। ਪਰ ਡਿਲੇ ਇਸ ਕਰਕੇ ਹੈਗੀ ਕੁਛ, ਕਿਉਂਕਿ ਮਤਲਬ ਕਰੋਨਾ ਵਾਇਰਸ ਕਰਕੇ ਜਿਹੜੀ ਇਮੀਗ੍ਰੇਸ਼ਨ ਡਿਲੇ ਆ। ਹੁਣ ਇਮੀਗ੍ਰੇਸ਼ਨ ਦਾ ਰੰਧਾਵਾ ਸਾਹਿਬ ਇੱਕ ਹੋਰ ਚੱਕਰ ਪੈਣਾ, ਉਹ ਇਹ ਆ ਕਿ ਇਹਦਾ ਜਿਹੜਾ ਬਜਟ ਹੈਗਾ ਉਹ ਖਤਮ ਹੋ ਰਿਹਾ। ਤੇ ਜਿਹੜੀ USCIS ਆ, ਉਹਨੇ ਜਿਹੜੀ ਅਮਰੀਕਨ ਕਾਂਗਰਸ ਆ, ਉਹਦੇ ਕੋਲੋਂ $1.2 ਬਿਲੀਅਨ ਮੰਗੇ ਆ ਜੁਲਾਈ ਦੇ ਐਂਡ ਤੱਕ। ਤੇ ਉਹਨਾਂ ਨੇ ਕਿਹਾ ਵੀ ਜੇ ਜੁਲਾਈ ਦੇ ਐਂਡ ਤੱਕ ਸਾਨੂੰ ਇਹ ਪੈਸੇ ਨਾ ਮਿਲੇ ਤਾਂ ਸਾਨੂੰ 2/3 ਬੰਦੇ ਆਪਣੇ ਜਿਹੜੇ ਆ ਉਹ ਛੁੱਟੀ ਦੇ ਭੇਜਣੇ ਪੈਣੇ ਆ। ਸੋ ਜੇ ਇਮੀਗ੍ਰੇਸ਼ਨ ਨੇ ਆਪਣੇ ਉਹ ਅਫਸਰ ਜਿਹੜੇ ਨੇ ਲੇ ਆਫ ਕਰਤੇ, ਤਾਂ ਉਹਦੇ ਨਾਲ ਜਿਹੜੀਆਂ ਐਪਲੀਕੇਸ਼ਨ ਆਪਾਂ ਦਿੰਦੇ ਆ ਸਿਟੀਜ਼ਨਸ਼ਿਪ ਦੀਆਂ, ਗ੍ਰੀਨ ਕਾਰਡ ਦੀਆਂ, ਉਹ ਸਾਰੀਆਂ ਲੇਟ ਹੋ ਜਾਣਗੀਆਂ। ਸੋ ਉਹਦਾ ਵੀ ਇੱਕ ਹੋਏਗਾ। ਸੋ ਉਹ ਹੁਣ ਦੇਖਣ ਵਾਲੀ ਗੱਲ ਆ ਵੀ ਇਹ ਕਾਂਗਰਸ ਇਹਨਾਂ ਨੂੰ ਕਿੰਨਾ ਇਲੈਕਸ਼ਨ ਈਅਰ ਆ ਅਕੋਮੋਡੇਟ ਕਰਦੀ ਆ। ਹੁਣ ਜਿਹੜਾ ਅਗਲਾ ਸਵਾਲ ਇਹ ਆ ਕਿ ਜਿਹੜੀ ਇਮੀਗ੍ਰੇਸ਼ਨ ਕੋਲ ਪੈਸਾ ਮੁੱਕਿਆ ਕਿਉਂ? ਉਹਦੇ ਦੋ ਕਾਰਨ ਆ। ਇੱਕ ਕਾਰਨ ਤਾਂ ਇਹ ਹੈਗਾ ਕਿ ਜਿਹੜਾ ਇਹਨਾਂ ਨੇ ਇੰਨੀਆਂ ਜ਼ਿਆਦਾ ਜਿਹੜੀਆਂ ਕਿ ਰਿਸਟ੍ਰਿਕਸ਼ਨਸ ਲਾਈਆਂ, ਉਹਦੇ ਕਰਕੇ ਲੋਕਾਂ ਨੇ ਘੱਟ ਅਪਲਾਈ ਕੀਤਾ। ਜਿਹੜੀਆਂ ਫੀਸਾਂ ਨੇ ਇਮੀਗ੍ਰੇਸ਼ਨ ਦੀਆਂ, ਉਹ ਇਨਕਮ, ਕਿਉਂਕਿ ਜਿਹੜੀ ਇਮੀਗ੍ਰੇਸ਼ਨ ਦੀ ਫੀਸ ਜਿਹੜੀ ਇਨਕਮ ਹੈ, ਉਹਦੀਆਂ ਫੀਸਾਂ ਆਪਾਂ ਜਿਵੇਂ ਆਪਾਂ ਸਿਟੀਜ਼ਨਸ਼ਿਪ ਅਪਲਾਈ ਕਰਦੇ ਹਾਂ ਉਹਦੀ ਫੀਸ ਪੇ ਕਰਦੇ ਹਾਂ $725 ਵਰਕ ਪਰਮਿਟ ਦੀ 410, ਉਹ ਜਿਹੜੀਆਂ ਫੀਸਾਂ ਨੇ ਉਹ ਘਟ ਗਈਆਂ। ਉਹਦੇ ਕਰਕੇ ਉਹਨਾਂ ਨੂੰ ਜਾਣੀ ਕਿ ਨੁਕਸਾਨ ਹੋਇਆ। ਦੂਸਰਾ ਕਾਰਨ ਇਹ ਆ ਕਿ ਜਿਹੜੀ ਇਹ ਜਦੋਂ ਇਮੀਗ੍ਰੇਸ਼ਨ ਨੂੰ ਕਰਦੇ ਆ ਰਿਸਟ੍ਰਿਕਟ ਬਹੁਤ ਜ਼ਿਆਦਾ, ਉਹ ਤੋਂ ਕਈ ਲੋਕ ਆਪ ਹੀ ਡਰ ਜਾਂਦੇ ਆ ਮਤਲਬ ਕਰਨ ਤੋਂ। ਉਹ
ਮਤਲਬ ਉਹਦੇ 'ਚ ਉਹ ਆਪ ਹੀ ਉਹਨਾਂ ਦਾ ਇੰਟਰਸਟ ਘਟ ਜਾਂਦਾ ਅਮਰੀਕਾ ਨੂੰ, ਕਹਿੰਦੇ ਹੋਰ ਮੁਲਕ ਚਲ ਜਾਓ, ਕੈਨੇਡਾ ਚਲ ਜਾਓ, ਫਲਾਣਾ ਚਲ ਜਾਓ, ਉਹਦਾ ਇਮੀਗ੍ਰੇਸ਼ਨ ਤੇ ਅਸਰ ਪੈਂਦਾ। ਤੇ ਉਹਦੇ ਕਰਕੇ ਫਿਰ ਇਹ ਜਿਹੜਾ ਹੈਗਾ ਇਹ ਹੁਣ ਇਮੀਗ੍ਰੇਸ਼ਨ ਹੁਣ ਦੇਖਣਾ ਇਹਦੇ 'ਚ ਇਹ ਆ ਕਿ ਕੀ 30 ਜੁਲਾਈ ਤੱਕ ਜਿਹੜੀ ਯੂਐਸ ਕਾਂਗਰਸ ਆ ਉਹ ਮਤਲਬ ਇਮੀਗ੍ਰੇਸ਼ਨ ਜਿਹੜੀ USCIS ਸਰਵਿਸ ਆ ਇਹਨੂੰ ਬੇਲ ਆਊਟ ਕਰਦੀ ਆ 1.2 ਬਿਲੀਅਨ ਦੇ 30 ਜੁਲਾਈ ਤੱਕ। ਹਾਂਜੀ, ਤੇ ਜੇ ਉਹ ਅਗਸਤ ਤੱਕ ਨਹੀਂ ਕਰਦੀ ਤਾਂ ਫਿਰ ਜਾਂ ਲੰਕਦਾ ਫਿਰ ਕੁਝ ਅਫਸਰ ਜਿਹੜੇ ਨੇ ਜਾਂ ਹੋ ਸਕਦਾ ਅੱਧੇ ਵੀ ਤੇ ਉਹਨਾਂ ਨੂੰ ਇਹ ਫਰਲੋ ਦੇ ਭੇਜਣਗੇ ਵਿਦਆਊਟ ਪੇ, ਤੇ ਉਹ ਫਿਰ ਉਨੀ ਦੇਰ ਤੱਕ ਜਿਹੜਾ ਕੰਮ ਹੈਗਾ ਹੋਰ ਡਿਲੇ ਹੋ ਜਾਊਗਾ। ਤੇ ਇਹਦਾ ਮਤਲਬ ਹੈ ਵੀ ਕਰੋਨਾ ਵਾਇਰਸ ਦਾ ਅਸਰ ਜਿਹੜਾ ਉਹ ਇਮੀਗ੍ਰੇਸ਼ਨ ਵਿਭਾਗ ਤੇ ਵੀ ਪਿਆ, ਤੇ ਹੋ ਸਕਦਾ ਵੀ ਜਿਹੜਾ ਕਰੋਨਾ ਵਾਇਰਸ ਕਰਕੇ ਜਿਹੜਾ ਹੋਰ ਜਿਹੜੀ ਇਹ ਲੇਟ ਹੋ ਸਕਦੀ ਹੈ, ਕਿਸੇ ਦੀ ਵੀ ਪਟੀਸ਼ਨ ਆ ਜਾਂ ਕਿਸੇ ਦੀ ਕੋਈ ਇਨਕੁਆਇਰੀ ਆ ਜਾਂ ਕੋਈ ਵੀ ਕੰਮ ਆ ਇਮੀਗ੍ਰੇਸ਼ਨ 'ਚ, ਉਹ ਕਾਫੀ ਜਿਹੜਾ ਉਹ ਅਸਰ ਪਏਗਾ। ਇੱਕ ਸਵਾਲ ਸਾਡੇ ਇੱਕ ਸਰੋਤਿਆਂ ਨੇ ਪੁੱਛਿਆ ਸੀਗਾ ਕਿ ਉਹਨਾਂ ਨੇ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਇੰਡੀਆ, ਸਾਰੇ ਪੇਪਰ ਵਰਕਸ ਪੂਰੇ ਆ, ਸਾਰੇ ਡਾਕੂਮੈਂਟਸ ਜਿਹੜੇ ਉਹਨਾਂ ਨੇ ਮੰਗੇ ਸੀ ਉਹ ਪੂਰੇ ਹੋ ਗਏ, ਇੰਟਰਵਿਊ ਨਹੀਂ ਆਈ ਹਾਲੇ ਤੱਕ, ਨਾ ਉਹਨਾਂ ਦੇ ਫਿੰਗਰਪ੍ਰਿੰਟਸ ਆਏ ਜੀ। ਇਹਦਾ ਰੰਧਾਵਾ ਸਾਹਿਬ ਇਦਾਂ ਆ ਕਿ ਜਿਹੜੀ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜੀ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀ ਕੈਟਾਗਰੀ ਆ ਉਹ ਇਮੀਗ੍ਰੇਸ਼ਨ ਜਿਹੜਾ ਇਹਨਾਂ ਨੇ ਬੈਨ ਲਾਇਆ ਉਹਦੇ ਅੰਡਰ ਨਹੀਂ ਆਉਂਦੀ। ਹੁਣੇ ਉਹਨਾਂ ਲੇਟ ਹੋ ਜੂ, ਜੇ ਉਹ ਸਿਟੀਜ਼ਨ ਨੇ ਉਹਨਾਂ ਨੇ ਅਪਲਾਈ ਕੀਤਾ ਤਾਂ ਉਹਦੇ ਚ ਪ੍ਰੋਸੈਸਿੰਗ ਡਿਲੇ ਹੋ ਸਕਦੀ ਆ, ਪਰ ਜਿਹੜੇ USCIS ਦੇ ਸਰਵਿਸ ਸੈਂਟਰ ਉਹ ਸਾਰੇ ਖੁੱਲੇ ਆ। ਸਿਰਫ ਜਿਹੜੇ ਬੰਦ ਵੀ ਹੋਏ ਸੀ ਉਹ ਇੰਟਰਵਿਊ ਵਾਲੇ ਹੋਏ ਸੀ ਆਫਿਸ, ਜਿੱਥੇ ਕਿ ਮਤਲਬ ਇੰਟਰਵਿਊ ਹੁੰਦੀ ਇਨ ਪਰਸਨ, ਜਿੱਥੇ ਕਿ ਆਪਾਂ ਪੇਪਰ ਭੇਜਦੇ ਆ ਹੋਰ ਜਗ੍ਹਾ ਭੇਜਦੇ ਆ, ਉਹ ਸਰਵਿਸ ਸੈਂਟਰ ਜਾਂਦੇ ਆ। ਉਹ ਸਰਵਿਸ ਸੈਂਟਰ ਚਾਹੇ ਜਿਹੜਾ ਨਬਰਾਸਕਾ ਵਾਲਾ, ਚਾਹੇ ਫੀਨਿਕਸ ਵਾਲਾ, ਚਾਹੇ ਡੈਲਸ ਵਾਲਾ, ਜਿੰਨੇ ਇਹਨਾਂ ਦੇ ਆ, ਚਾਹੇ ਲਗੂਨਾ ਨਗੈਲ ਵਾਲਾ, ਉਹ ਸਾਰੇ ਜਿਹੜੇ ਖੁੱਲੇ ਆ। ਤੇ ਉਹਦੇ ਜਿਹੜੀ ਪ੍ਰੋਸੈਸਿੰਗ ਆ ਉਹਦੇ ਚ ਉਹ ਪ੍ਰੋਸੈਸਿੰਗ ਡਿਲੇ ਆ। ਬਾਕੀ ਇਸ ਕਰਕੇ ਉਹਨਾਂ ਦੀ ਡਿਲੇ ਨਹੀਂ ਹੋਣੀ ਵੀ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਕਰਕੇ ਜਾਂ ਬੈਨ ਕਰਕੇ। ਸੋ ਮੇਰਾ ਖਿਆਲ ਆ ਵੀ ਉਹਨਾਂ ਨੂੰ ਇਮੀਗ੍ਰੇਸ਼ਨ ਨਾਲ ਚੈੱਕ ਕਰਨਾ ਚਾਹੀਦਾ ਕਿ ਉਹ ਕਿਉਂ ਡਿਲੇ ਆ। ਕਿਤੇ ਇਹ ਨਾ ਹੋਵੇ ਵੀ ਉਹਨਾਂ ਨੇ ਕੋਈ ਚੀਜ਼ ਮੰਗੀ ਹੋਵੇ ਇਹਨਾਂ ਨੇ ਭੇਜੀ ਨਹੀਂ, ਜਾਂ ਜਿਹੜੀ ਹੈਗੀ ਵੈਸੇ ਹੀ ਉਹਨਾਂ ਦੀ ਪ੍ਰੋਸੈਸਿੰਗ 'ਚ ਡਿਲੇ ਆ, ਪਰ ਜਿਹੜੀ ਗਵਰਨਮੈਂਟ ਵੱਲੋਂ ਕੋਈ ਫੈਸਲਾ ਨਹੀਂ ਕਿ ਇਹਨਾਂ ਨੂੰ ਜਿਹੜਾ ਉਹਨੇ ਬੰਬੇ ਸੀਗੀ ਇੰਟਰਵਿਊ ਨੇ ਨਹੀਂ ਬੰਬੇ ਜਿਹੜੀ ਇੰਟਰਵਿਊ ਆਉਣੀ ਉਹਦੀ ਪ੍ਰੋਬਲਮ ਇਹ ਆ ਕਿ ਅਜੇ ਕਾਉਂਸੂਲੇਟ ਬੰਦ ਆ। ਅਜੇ ਪਿਛਲੇ ਹਫਤੇ ਰੰਧਾਵਾ ਸਾਹਿਬ ਫਰਾਈਡੇ US ਜਿਹੜਾ ਡਿਪਾਰਟਮੈਂਟ ਆਫ ਸਟੇਟ ਆ ਉਹਨਾਂ ਦਾ ਇੱਕ ਮੈਸੇਜ ਆਇਆ ਕਿ ਅਸੀਂ ਕਾਉਂਸੂਲੇਟ ਖੋਲ ਰਹੇ ਆ ਜੀ ਬਾਈ ਦਾ ਐਂਡ ਆਫ ਦਿਸ ਮੰਥ ਜਾਂ ਅਗਲੇ। ਉਹ ਹੁਣ ਜਦੋਂ ਕਾਉਂਸੂਲੇਟ ਖੁੱਲਣਗੇ ਤਾਂ ਇੰਟਰਵਿਊ ਆਉਣਗੀਆਂ, ਪੁਰਾਣੇ ਕੱਢਣਗੇ। ਪਰ ਉਹਦੇ 'ਚ ਇੱਕ ਰੰਧਾਵਾ ਸਾਹਿਬ ਪ੍ਰੋਬਲਮ ਇਹ ਆਉਣੀ ਆ ਕਿ ਇਹੋ ਜਿਹੇ ਬਹੁਤ ਬੰਦੇ ਸੀ ਜਿਹੜੇ ਕਿ ਜਿਨ੍ਹਾਂ ਦੀ ਕੈਟਾਗਰੀ F4 ਸੀਗੀ, ਭਰਾ ਭੈਣ ਵਾਲੀ US ਸਿਟੀਜ਼ਨ ਦੀ, ਜਾਂ ਮਾਂ-ਬਾਪ ਦੀ ਕੈਟਾਗਰੀ, ਜਾਂ ਮੈਰਿਡ, ਉਹ ਸਾਰੀਆਂ ਜਿਹੜੀਆਂ ਕੈਟਾਗਰੀਆਂ ਨੇ ਉਹਦੀਆਂ ਉਹਨਾਂ ਨੇ ਬੈਨ ਲਾਤਾ ਮਤਲਬ ਟਰੰਪ ਸਾਹਿਬ ਨੇ। ਉਹਦੇ ਕਰਕੇ ਕੀ ਹੋਣਾ ਵੀ ਇਹਨਾਂ ਬੰਦਿਆਂ ਦੀਆਂ ਜਿਹੜੀਆਂ ਇੰਟਰਵਿਊਜ਼ ਉਹ ਹੋਣੀਆਂ ਨਹੀਂ, ਜੇ ਈਵਨ ਲਾਈਨਡ ਅਪ ਵੀ ਸੀਗੀਆਂ, ਜੇ ਕਰ ਲੈਣਗੇ ਇੰਟਰਵਿਊ ਤਾਂ ਉਹ ਕਹਿਣਗੇ ਜੀ ਅਸੀਂ ਵੀਜ਼ਾ ਨਹੀਂ ਦੇ ਸਕਦੇ, ਦਸੰਬਰ ਤੱਕ ਬੈਨ ਆ, ਜੇ ਵੇਟ ਕਰੋ। ਸੋ ਉਹਦੇ ਨਾਲ ਉਹ ਕੈਟਾਗਰੀ ਹੋਰ ਪਿੱਛੇ ਜਾਊ। ਜਿਵੇਂ ਹੁਣ 2005 ਚੱਲ ਰਿਹਾ ਭਰਾ ਭੈਣ ਦੀ ਕੈਟਾਗਰੀ, ਉਹ 5 ਹੀ ਨਹੀਂ ਮੁੱਕਣਾ ਪਹਿਲਾਂ ਤਾਂ ਆਹ ਸਾਲ, ਅਗਲੇ ਸ਼ੁਰੂ ਹੋਊਗਾ ਤੇ ਉਹ ਵੀਲ ਸੀ। ਤੇ ਹੁਣ ਇਹ ਵੀ ਅਸਰ ਪਊਗਾ ਇਲੈਕਸ਼ਨ ਤੇ, ਜਿਹੜੀ ਇਲੈਕਸ਼ਨ ਹੋਣੀ ਆ। ਹੁਣ ਟਰੰਪ ਸਾਹਿਬ ਨੇ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਹਫ਼ਤੇ ਇੱਕ ਹੋਰ ਗੱਲ ਕਹੀ ਆ। ਉਹਨਾਂ ਨੇ ਕਿਹਾ ਕਿ ਮਹੀਨੇ ਦੇ ਵਿੱਚ ਮੈਂ ਇੱਕ ਹੋਰ ਐਗਜ਼ੈਕਟਿਵ ਆਰਡਰ ਕਰਨ ਜਾ ਰਿਹਾ ਜਿਹਦੀ ਬੇਸ ਤੇ ਮੈਂ ਡਾਕਾ ਵਾਲਿਆਂ ਨੂੰ ਰਿਲੀਫ ਦਊਂਗਾ। ਡਾਕਾ ਦੇ ਅੰਡਰ ਉਹ ਬੱਚੇ ਆਉਂਦੇ ਆ ਜਿਹੜੇ ਕਿ ਇੱਥੇ ਆਪਣੇ ਪੇਰੈਂਟਸ ਦੇ ਨਾਲ ਇਲੀਗਲ ਤੌਰ ਤੇ ਅਨਡਾਕੂਮੈਂਟਡ ਆਏ, ਜਿਹੜੇ ਪੜ੍ਹਦੇ ਸੀ ਤੇ ਉਦੋਂ ਬਾਅਦ ਸਕੂਲ ਚਲੇ ਗਏ 2012 ਤੋਂ ਪਹਿਲਾਂ। ਇਹ ਪ੍ਰੈਜ਼ੀਡੈਂਟ ਓਬਾਮਾ ਨੇ ਕੀਤਾ ਸੀ। ਇਹਦਾ ਪਿੱਛੇ ਜੇ ਇਹ ਮਤਲਬ US ਸੁਪਰੀਮ ਕੋਰਟ ਦੇ ਵਿੱਚ ਕੇਸ ਹਾਰ ਗਈ ਸੀ ਐਡਮਿਨਿਸਟ੍ਰੇਸ਼ਨ, ਇਹ ਕਹਿ ਰਹੇ ਸੀ ਇਹਨੂੰ ਖਤਮ ਕਰੋ, ਪਰ ਕੋਰਟ ਨੇ ਇਹਨਾਂ ਦੇ ਫੇਵਰ 'ਚ ਨਹੀਂ ਕੀਤਾ। ਕੋਰਟ ਨੇ ਕਿਹਾ ਕਿ ਇਹਨਾਂ ਨੇ ਖਤਮ ਕਰਨ ਦਾ ਪ੍ਰੋਸੀਜਰ ਫਾਲੋ ਨਹੀਂ ਕੀਤਾ ਪ੍ਰੋਪਰ। ਹੁਣ ਇਹਨਾਂ ਨੇ ਕਿਹਾ ਪ੍ਰੈਜ਼ੀਡੈਂਟ ਟਰੰਪ ਨੇ ਕਿ ਮੈਂ ਤਾਂ ਡਾਕਾ ਵਾਲਿਆਂ ਦੇ ਫੇਵਰ 'ਚ ਆ ਤੇ ਮੈਂ ਚਾਹੁੰਦਾ ਵੀ ਉਹਨਾਂ ਨੂੰ ਕੋਈ ਰਿਲੀਫ ਦੇਵਾਂ। ਇੱਕ ਇਹਨਾਂ ਨੇ ਹੋਰ ਗੱਲ ਬੜੀ ਇੰਟਰਸਟਿੰਗ ਕਹੀ ਆ ਕਿ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਹੈ ਉਹ ਮੈਂ ਚਾਹੁੰਦਾ ਵੀ ਮੈਰਿਟ ਬੇਸਡ ਹੋਵੇ, ਫੈਮਿਲੀ ਬੇਸ ਨਾ ਹੋਵੇ। ਹੁਣ ਰੰਧਾਵਾ ਸਾਹਿਬ ਪ੍ਰੈਜ਼ੀਡੈਂਟ ਕੈਨੇਡੀ ਤੋਂ ਲੈ ਕੇ ਹੁਣ ਤੱਕ ਜਿਹੜਾ ਅਮਰੀਕਾ ਦਾ ਸਾਰਾ ਇਮੀਗ੍ਰੇਸ਼ਨ ਲਾ ਆ, ਇਹਦਾ ਆਧਾਰ ਆ ਫੈਮਿਲੀ। ਇਹ ਫੈਮਿਲੀ ਬੇਸ ਸਿਸਟਮ ਆ। ਉਹਦਾ ਮਤਲਬ ਇਹ ਆ ਵੀ ਜੇ ਇੱਕ ਬੰਦਾ ਇੱਥੇ ਅਮਰੀਕਾ 'ਚ ਆਉਂਦਾ ਤਾਂ ਉਹਨੂੰ ਲਾ ਅਧਿਕਾਰ ਦਿੰਦਾ ਵੀ ਆਪਣੀ ਵਾਈਫ ਨੂੰ ਬੁਲਾਵੇ, ਆਪਣੇ ਬੱਚਿਆਂ ਨੂੰ ਬੁਲਾਵੇ, ਆਪਣੇ ਮਾਂ-ਬਾਪ ਨੂੰ ਬੁਲਾਵੇ, ਆਪਣੇ ਭੈਣ ਭਰਾ, ਵੀ ਸਾਰੀ ਫੈਮਿਲੀ ਇੱਥੇ ਇਕੱਠੀ ਹੋ ਜਾਵੇ। ਠੀਕ ਹੈ ਨਾ, ਵੀ ਉਹ ਬੰਦਾ ਮਤਲਬ ਇਕੱਲਾ ਨਾ ਰਵੇ, ਉਹਦੀ ਫੈਮਿਲੀ ਵੀ ਆਵੇ। ਇਹਦੀ ਬੇਸ ਤੇ ਇਹ ਪਿਛਲੇ ਜਿਹੜਾ ਹੈਗਾ 60 ਸਾਲ ਤੋਂ ਇਹ ਮਤਲਬ ਚੱਲ ਰਿਹਾ। ਇਹ ਬਕਾਇਦਾ ਲਾ ਬਣਿਆ ਹੋਇਆ, ਇਹ ਨਹੀਂ ਵੀ ਕਿਸੇ ਪ੍ਰੈਜ਼ੀਡੈਂਟ ਦੀ ਮਰਜ਼ੀ ਹੈ। ਜਿਹੜਾ ਇਮੀਗ੍ਰੇਸ਼ਨ ਦਾ ਐਕਟ ਆ ਉਹ ਸਾਰਾ, ਹੁਣ ਇਮੀਗ੍ਰੇਸ਼ਨ ਦੇ ਐਕਟ ਦੇ ਵਿੱਚ ਤਾਂ ਟਰੰਪ ਸਾਹਿਬ ਕੋਈ ਵੀ ਜਿਹੜੀ ਅਮੈਂਡਮੈਂਟ ਆ ਉਹ ਨਹੀਂ ਕਰ ਸਕਦੇ, ਕਿਉਂਕਿ ਉਹਦੇ ਵਾਸਤੇ ਪਹਿਲਾਂ ਲੋੜ ਆ ਹਾਊਸ ਪਾਸ ਕਰੇ, ਫਿਰ ਸੈਨੇਟ ਕਰੇ। ਐਗਜ਼ੈਕਟਿਵ ਆਰਡਰ ਦੇ ਨਾਲ ਇਹ ਕਰਨਗੇ। ਮੈਰਿਟ ਬੇਸ ਜਿਹੜਾ ਇਹ ਬਣਾਉਣਾ ਚਾਹੁੰਦੇ ਆ ਉਹ ਤਾਂ ਵੈਸੇ ਪਤਾ ਤਾਂ ਲੱਗੇਗਾ ਜਦੋਂ ਆਏਗਾ ਇਹਨਾਂ ਦਾ ਆਰਡਰ, ਪਰ ਜਿਹੜਾ ਲੱਗਦਾ ਉਹ ਇਹ ਕਰਨਾ ਚਾਹੁੰਦੇ ਆ ਕਿ ਫੈਮਿਲੀ ਦੀ ਲੋੜ ਨਹੀਂ, ਜਿਹੜੇ ਬੰਦੇ ਦੀ ਅਮਰੀਕਨ ਇਕਨੋਮੀ ਨੂੰ ਲੋੜ ਆ ਉਹਨੂੰ ਲਿਆਓ। ਜਿਵੇਂ ਕਿ ਜਿਹੜੀ ਇੰਡਸਟਰੀਆਂ ਅੱਡ ਨੇ, ਜਿਵੇਂ ਹੁਣ ਇਹਨਾਂ ਨੇ ਆਲਰੇਡੀ ਤੇ ਜਿਵੇਂ L1 ਵੀਜ਼ਾ ਤੁਸੀਂ ਦੱਸਿਆ ਹੁਣੇ ਉਹ ਬੰਦ ਕਰ ਦਿੱਤਾ, ਜਾਂ ਹੋਰ ਜਿਹੜੇ ਬਿਜ਼ਨਸ ਵੀਜ਼ੇ ਸੀ ਉਹ ਬੰਦ ਕਰ ਦਿੱਤੇ ਆ।
ਪਰ ਇਹ ਪਾਲਿਸੀਜ਼ ਫੇਰ ਲੈ ਕੇ ਆ ਰਹੇ ਦੁਬਾਰਾ। ਇਹ ਜਿਹੜੀ ਹੁਣ ਪਾਲਿਸੀ ਜੇ ਮੈਰਿਟ ਬੇਸ ਲਿਆਉਣਗੇ ਤਾਂ ਉਹਦੇ ਵਿੱਚ ਇਹ L1 ਦਾ ਸ਼ੁਰੂ ਕਰਨਾ ਪਊ, H1 ਕਰਨਾ ਪਊ ਇਹਨਾਂ ਨੂੰ। ਉਹਦੇ ਵਿੱਚ ਇਹ ਬੇਸਿਕਲੀ ਇਹ ਦੇਖਣਗੇ ਕਿ ਜਿਹੜੇ ਅੱਡ-ਅੱਡ ਸੈਕਟਰ ਨੇ ਇਕਨੋਮੀ ਦੇ, ਜਿਵੇਂ ਕਿ ਹੁਣ ਐਗਰੀਕਲਚਰ ਸੈਕਟਰ ਹੋ ਗਿਆ, ਇਹਦੇ ਵਿੱਚ ਕਿਹਦੀ ਲੋੜ ਆ ਜੀ। ਜਿਹੜਾ ਫਰਜ਼ ਕਰੋ ਮਤਲਬ ਆਪਣੀ ਕੰਪਿਊਟਰ ਇੰਡਸਟਰੀ ਆ, ਉਹਦੇ 'ਚ ਕਿਹਦੀ ਲੋੜ ਆ, ਜਿਹੜੀ ਕਾਰ ਇੰਡਸਟਰੀ ਆ, ਆਟੋਮੋਬਾਈਲ, ਉਹਦੇ 'ਚ ਕਿਹਦੀ ਲੋੜ ਆ। ਇੱਦਾਂ ਜਿਹੜੇ ਅੱਡ-ਅੱਡ ਸੈਕਟਰ ਹੈਗੇ ਆ ਜਿੰਨੀਆਂ ਵੀ ਹੋਰ ਨੇ, ਉਹਨਾਂ ਦੇ ਵਿੱਚ ਕਿਹਦੀ ਲੋੜ ਆ। ਦੂਜਾ ਇਹ ਇੱਕ ਹੋਰ ਚੀਜ਼ ਕਰਨਾ ਚਾਹੁੰਦੇ ਆ ਵੀ ਜਿਹੜੇ H1 ਵੀਜ਼ੇ ਆ, H1 ਜਿਹੜਾ ਆਪਾਂ ਕਹਿੰਦੇ ਆ, ਜਿਹੜਾ ਮਤਲਬ ਕੋਈ ਬੰਦਾ ਹਾਈਲੀ ਕੁਆਲੀਫਾਈਡ ਹੈ, ਜਿਵੇਂ ਕੋਈ ਇੰਜੀਨੀਅਰ ਹੈ, ਡਾਕਟਰ ਆ, ਉਹਦੇ 'ਚ ਇਹ ਪ੍ਰਪੋਜ਼ ਕਰਦੇ ਆ ਵੀ ਜਿਹੜੇ ਬੰਦੇ ਦੀ ਤਨਖਾਹ, ਜਿਹੜੇ ਪ੍ਰੋਫੈਸ਼ਨਲ ਨੇ ਜਿਹਦੀ ਤਨਖਾਹ 1.5 ਲੱਖ ਤੋਂ ਵੱਧ ਆ, ਉਹ ਹੀ ਬਾਹਰੋਂ ਆਵੇ, ਤੇ ਜਿਹੜਾ ਘੱਟ ਤਨਖਾਹ ਵਾਲਾ ਜਿਹਦੀ 80,000 ਆ, 50,000 ਉਹ ਇੱਥੋਂ ਹੀ ਲਓ। ਹੁਣ ਇਹਦੇ 'ਚ ਪ੍ਰੋਬਲਮ ਸਟੂਡੈਂਟ ਵੀਜ਼ੇ ਵਾਲੀ ਆਉਣੀ ਆ। ਜਿਵੇਂ ਸਟੂਡੈਂਟ ਪ੍ਰੋਬਲਮ ਇਹ ਆ ਰੰਧਾਵਾ ਸਾਹਿਬ ਕਿ ਗਵਰਨਮੈਂਟ ਕਿੱਦਾਂ ਤੈਅ ਕਰ ਸਕਦੀ ਆ ਵੀ 80,000 ਵਾਲਾ ਬੰਦਾ ਇੱਥੋਂ ਮਿਲ ਜੂਗਾ। ਇਹਦਾ ਇੰਡਸਟਰੀ ਨੇ ਦੇਖਣਾ, ਕਿਉਂਕਿ ਪ੍ਰਾਈਵੇਟ ਆ, ਉਹ ਕੋਈ ਸਰਕਾਰੀ ਦਾ ਹੈ ਨਹੀਂ। ਹੁਣ ਜੇ ਜਿਹੜੀ ਪ੍ਰਾਈਵੇਟ ਇੰਡਸਟਰੀ ਦੇਖਦੀ ਆ ਕਿ 50,000 ਵਾਲਾ ਵੀ ਨਹੀਂ ਬੰਦਾ ਮਿਲਦਾ ਮੇਰੇ ਕੰਪਨੀ ਇੱਥੇ, ਉਹੀ ਮੈਨੂੰ ਬਾਹਰੋਂ ਲਿਆਉਣਾ ਪੈਣਾ, ਇਹ ਕਹਿੰਦੇ 50 ਵਾਲਾ ਇੱਥੋਂ ਲੈ, ਤਾਂ ਹੁਣ ਇੱਥੋਂ ਜਿਹੜਾ ਅਨਕੁਆਲੀਫਾਈਡ ਬੰਦਾ ਉਹਨੂੰ ਕਿਸ ਤਰ੍ਹਾਂ ਲੈ ਸਕਦੇ ਆ। ਸੋ ਇਹ ਗੱਲ ਵੀ ਜਿਹੜੀ ਆ, ਇਹ ਹੁਣ ਪਤਾ ਨਹੀਂ ਕਿਵੇਂ ਜਿਹੜੀ ਸਿਰੇ ਚੜੂਗੀ, ਵੀਲ ਸੀ। ਬਹੁਤ ਅੱਛਾ ਜੀ ਸਰਦਾਰ ਜਸਪ੍ਰੀਤ ਸਿੰਘ ਜੀ, ਤੁਸੀਂ ਬਹੁਤ ਜਿਹੜੀਆਂ ਅਹਿਮ ਗੱਲਾਂ ਸੀਗੀਆਂ, ਬਹੁਤ ਸਾਰੇ ਕਾਨੂੰਨ ਜਿਹੜੇ ਨਵੇਂ ਬਣੇ ਆ, ਰੂਲਸ ਐਂਡ ਰੈਗੂਲੇਸ਼ਨ ਨਵੇਂ ਬਣੇ ਆ, ਉਹਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਹ ਇਮੀਗ੍ਰੇਸ਼ਨ ਦਾ ਕੰਮ ਤਾਂ ਇੱਕ ਅਜਿਹਾ ਕੰਮ ਆ ਕਿ ਇੱਕ ਵਾਰੀ ਜੇ ਕਹਿੰਦੇ ਵੀ ਸ਼ੁਰੂ ਕਰ ਦਈਏ, ਖਤਮ ਹੋਣ ਤੇ ਨਹੀਂ ਹੁੰਦਾ। ਸਰਦਾਰ ਜਸਪ੍ਰੀਤ ਸਿੰਘ ਜਿਨ੍ਹਾਂ ਦੇ ਦਫ਼ਤਰ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਨਿਊਯਾਰਕ ਵੀ ਹੈਗੇ ਆ ਤੇ ਕੈਲੀਫੋਰਨੀਆ 'ਚ ਵੀ 3 ਦਫ਼ਤਰ ਹੈਗੇ ਇਹਨਾਂ ਦੇ। ਮੈਂ ਚਾਹਾਂਗਾ ਕਿ ਇਹ ਆਪਣੀ ਜ਼ੁਬਾਨ ਤੋਂ ਖੁਦ ਦੱਸਣ ਵੀ ਕਿੱਥੇ ਕਿੱਥੇ ਦਫ਼ਤਰ ਇਹਨਾਂ ਦੇ। ਰੰਧਾਵਾ ਸਾਹਿਬ, ਮੇਰਾ ਹੈੱਡ ਆਫਿਸ ਹੁਣ ਵੀ ਨਿਊਯਾਰਕ ਆ, 1997 ਤੋਂ ਚੱਲ ਰਿਹਾ, ਤੇ ਇਹ 23 ਸਾਲ ਹੋ ਗਏ। ਹਾਂ, ਜੈਕਸਨ ਹਾਈਟ 'ਚ ਆ। ਹੁਣ ਅਸੀਂ ਇੱਕ ਹੋਰ ਰਿਚਮੰਡ ਹਿੱਲ ਦੇ ਵਿੱਚ ਵੀ ਆਫਿਸ ਲਿਆ, ਜਿਹੜਾ ਅਸੀਂ ਸ਼ੁਰੂ ਕਰਨਾ ਸੀ ਪਰ ਕਰ ਨਹੀਂ ਸਕੇ ਇਹਦੇ ਕਰਕੇ, ਕਰੋਨਾ ਕਰਕੇ। ਉਹ ਅਸੀਂ ਸ਼ਾਇਦ ਮਹੀਨੇ 1.5 ਮਹੀਨੇ ਤੋਂ ਸ਼ੁਰੂ ਕਰ ਦਾਂਗੇ। ਤੇ ਉਹਦਾ ਨੰਬਰ ਹੈਗਾ 7185338444। ਤੇ ਉਸ ਤੋਂ ਇਲਾਵਾ ਇੱਕ ਸਾਡਾ ਸਬ ਆਫਿਸ ਬਾਲਟੀਮੋਰ 'ਚ ਆ, ਤੇ ਉਹਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਵਿੱਚ 3 ਦਫ਼ਤਰ ਨੇ। ਇੱਕ ਫਰੀਮੌਂਟ ਜਿਹਦਾ ਨੰਬਰ ਆ 5106576444, ਇੱਕ ਸੈਕਰਾਮੈਂਟੋ ਆ, ਤੇ ਇੱਕ ਫ੍ਰਿਜ਼ਨੋ ਆ। ਬਾਕੀ ਮੇਰਾ ਜਿਹੜਾ ਆਪਣਾ ਨੰਬਰ ਹੈਗਾ 9179154142। ਇਹ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਆ ਜਾਂ ਮੈਨੂੰ ਟੈਕਸਟ ਕਰ ਦੇਣ। ਈਮੇਲ ਮੇਰੀ jpsinghattorney@gmail ਆ। ਤੇ ਜੇ ਕਿਸੇ ਦੇ ਕੋਈ ਜੋ ਵੀ ਸਵਾਲ ਹੈਗੇ ਆ ਜਾਂ ਕੁਐਸਚਨਸ ਨੇ, ਉਹ ਆਪਾਂ ਉਹਨਾਂ ਦੇ ਜਵਾਬ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਜਾਂ ਤੁਹਾਨੂੰ ਉਹ ਜਿਹੜਾ ਹੈਗਾ ਤੁਹਾਡੇ ਜਿਹੜਾ ਪੰਜਾਬ ਮੇਲ ਵਾਲੀ ਈਮੇਲ ਇਹ ਤੇ ਕਰ ਦੇਣ, ਤੁਸੀਂ ਮੈਨੂੰ ਫਾਰਵਰਡ ਕਰ ਦਿਓ, ਤਾਂ ਆਪਾਂ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਜਵਾਬ ਜਿਹੜੇ ਹੈਗੇ ਸਾਰੇ ਦੇ ਦਿਆ ਕਰਾਂਗੇ। ਦੋਸਤੋ, ਅਸੀਂ ਇੱਕ ਗੱਲ ਇੱਥੇ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡੇ ਲਾਈਵ ਜਿਹੜੇ ਆ ਸਵਾਲ ਉਹ ਵੀ ਲਿਆ ਕਰਾਂਗੇ। ਜਸਪ੍ਰੀਤ ਸਿੰਘ ਹੋਰੀ ਜਿਹੜੇ ਆ ਉਹ ਜਵਾਬ ਰਾਈਟ ਵੇ ਤੁਹਾਨੂੰ ਨਾਲ ਦੀ ਨਾਲ ਹੀ ਲਾਈਵ ਪ੍ਰੋਗਰਾਮ ਵਿੱਚ ਦਿਆ ਕਰਨਗੇ। ਮੇਰੇ ਖਿਆਲ ਉਮੀਦ ਹੈ ਕਿ ਸਾਨੂੰ ਹਫ਼ਤੇ 10 ਦਿਨਾਂ ਦੇ ਵਿੱਚ ਇਹ ਜਿਹੜੀ ਸਾਡੀ ਫੈਸਿਲਿਟੀ ਆ ਉਹ ਤਿਆਰ ਹੋ ਜਾਏਗੀ। ਸਰਦਾਰ ਜਗਦੇਵ ਸਿੰਘ ਪੰਡਾਲ ਸਾਡੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਆ, ਤੇ ਉਹਨਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਕਿ ਅਸੀਂ ਬਹੁਤ ਜਲਦੀ ਜਿਹੜਾ ਇਹ ਸਾਰਾ ਸਿਸਟਮ ਹੈ ਉਹ ਅਸੀਂ ਇੱਥੇ ਫਿੱਟ ਕਰ ਦਾਂਗੇ ਇਸੇ ਸਟੂਡੀਓ ਵਿੱਚ ਪੰਜਾਬ ਮਿਲ ਦੇ। ਦੋਸਤੋ, ਤੁਹਾਨੂੰ ਇੱਕ ਇਹ ਵੀ ਦੱਸੀਏ ਕਿ ਇਮੀਗ੍ਰੇਸ਼ਨ ਦੇ ਵਕੀਲ ਜਿਹੜੇ ਆ ਉਹ ਬਹੁਤ ਮਹਿੰਗੇ ਆ, ਹਜ਼ਾਰਾਂ ਡਾਲਰ ਲੈਂਦੇ ਆ, ਪਰ ਸਰਦਾਰ ਜਸਪ੍ਰੀਤ ਸਿੰਘ ਜਿਹੜੇ ਆ ਉਹ ਸਲਾਹ ਬਿਲਕੁਲ ਫ੍ਰੀ, ਕੋਈ ਪੈਸਾ ਨਹੀਂ ਲੈਣਗੇ। ਹਾਂ, ਕੇਸ ਤੇ ਜਿਹੜਾ ਖਰਚਾ ਹੋਏਗਾ ਉਹ ਤੇ ਇਹਨਾਂ ਦੀ ਫੀਸ ਬਣਦੀ ਹੈ। ਤੇ ਬੇਝਿਜਕ ਹੋ ਕੇ ਇਹਨਾਂ ਦਾ ਜਿਹੜਾ ਇੱਕ ਸੈੱਲ ਫੋਨ ਨੰਬਰ ਆ, ਮੋਬਾਈਲ ਫੋਨ ਨੰਬਰ ਆ 9179154142, ਉਹ ਸਾਡੀ ਸਕਰੀਨ ਤੇ ਨੰਬਰ ਵੀ ਹੈਗਾ। ਉਸ ਫੋਨ ਤੇ ਜਦੋਂ ਮਰਜ਼ੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਦੱਸ ਸਕਦੇ ਹੋ, ਨਾਲ ਸਾਡਾ ਰੈਫਰੈਂਸ ਵੀ ਦੇ ਸਕਦੇ ਹੋ ਕਿ ਅਸੀਂ ਪੰਜਾਬ ਮੇਲ USA ਵਿੱਚ ਤੁਹਾਡਾ ਪ੍ਰੋਗਰਾਮ ਦੇਖਿਆ ਸੀ ਤੇ ਉੱਥੋਂ ਸਾਨੂੰ ਇਹ ਨੰਬਰ ਮਿਲਿਆ, ਤੇ ਤੁਹਾਨੂੰ ਵਿਸ਼ੇਸ਼ ਜਿਹੜੀ ਰਾਇਤ ਆ ਉਹ ਵੀ ਜ਼ਰੂਰ ਮਿਲੇਗੀ। ਤੇ ਅਸੀਂ ਅਖੀਰ ਵਿੱਚ ਫੇਰ ਧੰਨਵਾਦ ਕਰਦੇ ਹਾਂ ਜੀ ਸਰਦਾਰ ਜਸਪ੍ਰੀਤ ਸਿੰਘ ਜੀ ਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਤੁਹਾਡੇ ਨਾਲ ਅਗਲੇ ਹਫ਼ਤੇ ਜੀ। ਠੀਕ ਹੈ, ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।